ਬੱਚਿਓ, ਹੁਣ ਤੱਕ ਆਪਾਂ ਦੋ ਅੱਖਰਾਂ ਨਾਲ ਬਣਨ ਵਾਲੇ ਮੁਕਤਾ ਸ਼ਬਦਾਂ ਨੂੰ ਪੜ੍ਹਨਾ ਸਿੱਖ ਲਿਆ ਹੈ। ਅੱਜ ਆਪਾਂ ਤਿੰਨ ਅੱਖਰਾਂ ਨਾਲ ਬਣਨ ਵਾਲੇ ਮੁਕਤਾ ਸ਼ਬਦਾਂ ਨੂੰ ਪੜ੍ਹਨਾ ਸਿੱਖਾਂਗੇ। ਕ ਲ ਮ ਕਲਮ। ਬ ਲ ਬ ਬਲਬ। ਬ ਟ ਨ बटन। म ट र मटर। सड़क सड़क। रबड़ रबड़। कमल कमल। बलद बलद। गरम गरम। नरम नरम। कलम कलम। नगर नगर। मटर मटर। कमल कमल। फर्श फर्श। पवन पवन। रमन रमन। वतन वतन। भजन भजन। अमन अमन। परस परस। सड़क सड़क। कणक कणक। चमक चमक। नमक नमक। करद करद। दर्द दर्द। बलब बलब। बलद बलद। सत श्री अकाल। ਆਪਾਂ ਕਰਨ ਜਾ ਰਹੇ ਹਾਂ ਜਮਾਤ ਪਹਿਲੀ ਵਿਸ਼ਾ ਗਣਿਤ। ਗਣਿਤ ਦੀ ਪੁਸਤਕ ਦਾ ਪੇਜ ਨੰਬਰ 51 ਉੱਪਰ ਭਾਗ B। ਇਸ ਦੇ ਆਪਾਂ E ਤੋਂ ਪਹਿਲਾਂ ਸਵਾਲ ਕਰ ਚੁੱਕੇ ਹਾਂ। ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸਵਾਲ E, ਜਿਸ ਵਿੱਚ ਹੈ ਬਿਲਕੁਲ ਪਹਿਲਾਂ, ਬਿਲਕੁਲ ਬਾਅਦ ਅਤੇ ਵਿਚਕਾਰਲੀ ਸੰਖਿਆ ਖਾਲੀ ਥਾਂ ਵਿੱਚ ਲਿਖੋ। ਬਿਲਕੁਲ ਪਹਿਲਾਂ, ਬਿਲਕੁਲ ਬਾਅਦ ਅਤੇ ਵਿਚਕਾਰਲੀ ਸੰਖਿਆ ਪ੍ਰਾਪਤ ਕਰਨ ਵਾਸਤੇ ਆਪਾਂ ਸੰਖਿਆ ਪੱਟੀ ਦੀ ਮਦਦ ਲਵਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਸੰਖਿਆ ਪੱਟੀ ਬਣਾਉਂਦੇ ਹਾਂ। 1 ਤੋਂ 9 ਤੱਕ ਸੰਖਿਆਵਾਂ ਲਿਖਾਂਗੇ। 1 2 3 4 5 6 7 8 ਅਤੇ 9। ਸਭ ਤੋਂ ਪਹਿਲਾਂ ਸਵਾਲ ਆਪਾਂ ਕਰਾਂਗੇ ਬਿਲਕੁਲ ਪਹਿਲਾਂ। ਬੱਚਿਓ ਤੁਸੀਂ ਦੇਖ ਰਹੇ ਹੋ ਇੱਥੇ ਸੰਖਿਆਵਾਂ ਤੋਂ ਪਹਿਲਾਂ ਖਾਲੀ ਸਥਾਨ ਦਿੱਤਾ ਹੋਇਆ ਹੈ, ਭਾਵ ਕਿ ਆਪਾਂ ਸੰਖਿਆ ਤੋਂ ਪਹਿਲਾਂ ਆਉਣ ਵਾਲੀ ਸੰਖਿਆ, ਬਿਲਕੁਲ ਪਹਿਲਾਂ ਆਉਣ ਵਾਲੀ ਸੰਖਿਆ ਨੂੰ ਲਿਖਣਾ ਹੈ। ਸੋ ਇੱਥੇ ਦਿੱਤਾ ਹੈ 7। 7 ਤੋਂ ਠੀਕ ਪਹਿਲਾਂ, ਬਿਲਕੁਲ ਪਹਿਲਾਂ ਆਉਣ ਵਾਲੀ ਸੰਖਿਆ ਬਾਰੇ ਪਤਾ ਕਰਨਾ ਹੈ, ਜਿਸ ਨੂੰ ਆਪਾਂ ਸੰਖਿਆ ਪੱਟੀ ਤੋਂ ਪਤਾ ਲਾ ਸਕਦੇ ਹਾਂ। ਇੱਥੇ ਦੇਖੋ 7 ਤੋਂ ਠੀਕ ਪਹਿਲਾਂ ਆਪਾਂ ਨੂੰ 6 ਸੰਖਿਆ ਜਿਹੜੀ ਹੈ ਉਹ ਹੈ। ਇਸ ਦਾ ਭਾਵ ਕਿ 7 ਤੋਂ ਠੀਕ ਪਹਿਲਾਂ 6 ਆਵੇਗਾ। ਉਸ ਤੋਂ ਅਗਲਾ ਸਵਾਲ ਹੈ 5 ਤੋਂ ਠੀਕ ਪਹਿਲਾਂ। 5 ਦੇਖ ਲਓ, 5 ਤੋਂ ਠੀਕ ਪਹਿਲਾਂ ਆਉਣ ਵਾਲਾ ਅੰਕ ਹੈ 4, ਭਾਵ ਕਿ 5 ਤੋਂ ਠੀਕ ਪਹਿਲਾਂ 4 ਆਵੇਗਾ।
ਉਸ ਤੋਂ ਅੱਗੇ ਹੈ 9। 9 ਤੋਂ ਠੀਕ ਪਹਿਲਾ ਅੰਕ ਤੁਸੀਂ ਦੇਖੋ 8, ਭਾਵ ਕਿ 9 ਤੋਂ ਠੀਕ ਪਹਿਲਾਂ ਜਿਹੜੀ ਸੰਖਿਆ ਆਵੇਗੀ ਉਹ ਕੀ ਆਏਗੀ 8। ਇਸ ਤਰੀਕੇ ਨਾਲ ਆਪਾਂ ਬਿਲਕੁਲ ਪਹਿਲਾਂ ਵਾਲਾ ਸਵਾਲ ਕਰਨਾ। ਉਸ ਤੋਂ ਅਗਲਾ ਹੈ ਬਿਲਕੁਲ ਬਾਅਦ ਆਉਣ ਵਾਲੀ ਸੰਖਿਆ ਖਾਲੀ ਥਾਂ ਵਿੱਚ ਲਿਖੋ। ਸੋ 6 ਤੋਂ ਬਿਲਕੁਲ ਬਾਅਦ ਕੀ ਆਵੇਗਾ, ਉਸ ਦੇ ਲਈ ਆਪਾਂ ਫਿਰ ਸੰਖਿਆ ਪੱਟੀ ਦਾ ਹੀ ਪ੍ਰਯੋਗ ਕਰਨਾ ਹੈ। 1 2 3 4 5 6 7 8 ਤੇ 9। ਦੇਖੋ 6 ਤੋਂ ਬਾਅਦ 6 ਆਪਾਂ ਪਤਾ ਕਰ ਲੈਣਾ ਹੈ ਸੰਖਿਆ ਪੱਟੀ ਤੇ। 6 ਤੋਂ ਬਾਅਦ ਆਉਂਦਾ ਹੈ 7। ਸੋ ਭਾਵ ਕਿ 6 ਤੋਂ ਬਾਅਦ 7 ਸੰਖਿਆ ਆਉਂਦੀ ਹੈ, ਉਸ ਨੂੰ ਖਾਲੀ ਥਾਂ ਵਿੱਚ ਲਿਖਣਾ ਹੈ। 8 ਤੋਂ ਬਾਅਦ ਆਉਂਦਾ ਹੈ ਬੱਚਿਓ 9। ਸੋ ਆਪਾਂ 9 ਨੂੰ ਖਾਲੀ ਥਾਂ ਵਿੱਚ ਲਿਖ ਦੇਣਾ ਹੈ। 7 ਤੋਂ ਬਾਅਦ ਬੱਚਿਓ ਆਪਣੇ ਕੋਲੇ ਆਉਂਦਾ ਹੈ 8। ਸੋ ਆਪਾਂ 8 ਨੂੰ ਵੀ ਖਾਲੀ ਥਾਂ ਵਿੱਚ ਲਿਖ ਦੇਣਾ ਹੈ। ਇਸੇ ਤਰੀਕੇ ਇਸ ਦਾ ਅੰਤਮ ਭਾਗ ਹੈ ਜਿਹੜਾ ਉਹ ਹੈ ਵਿਚਕਾਰਲੀ ਸੰਖਿਆ ਖਾਲੀ ਥਾਂ ਵਿੱਚ ਲਿਖੋ। ਇਹ ਦੇਖ ਰਹੇ ਹੋ ਤੁਸੀਂ, ਵਿਚਕਾਰਲੀ ਸੰਖਿਆ ਵਾਸਤੇ ਵੀ ਆਪਾਂ ਸੰਖਿਆ ਪੱਟੀ ਦਾ ਪ੍ਰਯੋਗ ਕਰਾਂਗੇ। 1 2 3 4 5 6 7 8 9। ਸੋ 4 6 4 ਅਤੇ 6 ਦੇ ਠੀਕ ਵਿਚਕਾਰ ਆਪਾਂ ਦੇਖ ਰਹੇ ਹਾਂ ਕੀ ਹੈ 5 ਸੰਖਿਆ ਹੈ ਬੱਚਿਓ। 3 ਅਤੇ 5 3 ਅਤੇ 5 ਦੇ ਠੀਕ ਵਿਚਕਾਰਲੀ ਸੰਖਿਆ ਹੈ 4। ਆਪਾਂ ਉਸ ਨੂੰ ਇੱਥੇ ਲਿਖ ਦੇਵਾਂਗੇ। 1 ਅਤੇ 2 ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਇੱਥੇ 3 ਸੰਖਿਆ ਹੈ ਬੱਚਿਓ। 1 ਤੇ 3 ਦੇ ਵਿਚਕਾਰ ਕੀ ਹੈ 2 ਆਉਂਦਾ ਹੈ। ਸੋ ਆਪਾਂ ਇੱਥੇ 2 ਸੰਖਿਆ ਨੂੰ ਲਿਖ ਦੇਣਾ ਹੈ। ਹੇਠਾਂ F ਸਵਾਲ ਹੈ, ਖਾਲੀ ਥਾਵਾਂ ਭਰੋ। 5 ਦੇ ਹੇਠਾਂ 2 ਭਾਗ ਕੀਤੇ ਹੋਏ ਹਨ, 2 ਖਾਲੀ ਥਾਂ ਦਿੱਤੇ ਹੋਏ ਹਨ ਜਿਨ੍ਹਾਂ ਦੇ ਵਿੱਚ ਆਪਾਂ ਸੰਖਿਆਵਾਂ ਨੂੰ ਲਿਖਣਾ ਹੈ। ਭਾਵ ਕਿ 5 ਦੇ ਆਪਾਂ ਟੁਕੜੇ ਕਰਨੇ ਹਨ ਕਿ 5 ਕਿੰਨੀਆਂ 2 ਸੰਖਿਆਵਾਂ ਨੂੰ ਜੋੜ ਕੇ ਪ੍ਰਾਪਤ ਹੁੰਦਾ ਹੈ। ਸੋ ਇਸ ਦੇ ਆਪਾਂ ਪਹਿਲਾਂ ਭਾਗ ਬਣਾਉਣੇ ਹਾਂ 4 ਤੇ 1 5। ਬੱਚਿਓ ਤੁਸੀਂ ਇਸ ਤੋਂ ਇਲਾਵਾ ਹੋਰ ਤਰੀਕੇ ਨਾਲ ਵੀ ਇਸ ਦੇ ਟੁਕੜੇ ਕਰ ਸਕਦੇ ਹੋ। 4 ਤੇ 1 5, 3 ਤੇ 2 5। ਠੀਕ ਹੈ ਬੱਚਿਓ। ਇਸ ਤੋਂ ਇਲਾਵਾ ਤੁਸੀਂ ਹੋਰ ਕ੍ਰਮ ਦੇ ਵਿੱਚ ਵੀ ਇਹਨਾਂ ਦੇ ਟੁਕੜੇ ਕਰਕੇ ਜੋੜ ਸਕਦੇ ਹੋ। ਇਸ ਤੋਂ ਅਗਲਾ ਹੈ 6। ਇਸੇ ਤਰੀਕੇ 6 ਨੂੰ ਆਪਾਂ ਕਰਾਂਗੇ 5 ਤੇ ਜੋੜ 1 6, 4 ਤੇ ਜੋੜ 2 6। ਤੁਸੀਂ ਇਸ ਤੋਂ ਇਲਾਵਾ ਹੋਰ ਸੰਖਿਆਵਾਂ ਨੂੰ ਜੋੜ ਕੇ ਵੀ ਇਹ ਉੱਤਰ ਪ੍ਰਾਪਤ ਕਰ ਸਕਦੇ ਹੋ। ਉਸ ਤੋਂ ਅੱਗੇ ਹੈ ਸੰਖਿਆ ਪੱਟੀ ਦੀ ਮਦਦ ਨਾਲ ਹੱਲ ਕਰੋ। ਸੋ ਸੰਖਿਆ ਪੱਟੀ ਇੱਥੇ ਬਣੀ ਹੋਈ ਹੈ ਜੀ ਸਵਾਲ ਵਿੱਚ ਤੁਸੀਂ ਦੇਖ ਰਹੇ ਹੋ। ਆਪਾਂ ਪਹਿਲਾ ਸਵਾਲ ਕਰਨਾ ਹੈ 3 ਜੋੜ 2। 3 ਦੇ ਵਿੱਚ 2 ਸੰਖਿਆ ਜੋੜਨੀ ਹੈ। ਆਪਾਂ 3 ਤੋਂ ਛਾਲ ਸ਼ੁਰੂ ਕਰਨੀ ਹੈ, 2 ਸੰਖਿਆ ਜੋੜਨੀ ਹੈ। ਤਾਂ ਭਾਵ 2 ਛਾਲਾਂ ਸਿੱਧੇ ਪਾਸੇ ਅੱਗੇ ਵੱਲ ਨੂੰ ਲਾਉਂਦੇ ਹੋਏ ਜਾਵਾਂਗੇ। 1 2 2 ਛਾਲਾਂ ਲਾਉਣ ਤੋਂ ਬਾਅਦ ਅਸੀਂ 5 ਤੇ ਪਹੁੰਚ ਜਾਂਦੇ ਹਾਂ। ਭਾਵ ਕਿ 3 ਵਿੱਚ 2 ਜੋੜ ਕੇ 5 ਪ੍ਰਾਪਤ ਹੁੰਦਾ ਹੈ। ਉਸ ਤੋਂ ਅਗਲਾ ਹੈ 5 ਜੋੜ 0। 5 ਵਿੱਚ 0 ਜੋੜਨ ਤੇ ਉੱਤਰ ਵਿੱਚ ਕੋਈ ਫਰਕ ਨਹੀਂ ਪੈਂਦਾ, ਉਹੀ ਸੰਖਿਆ ਪ੍ਰਾਪਤ ਹੋਊਗੀ। ਭਾਵ ਕਿ 5 ਹੀ ਪ੍ਰਾਪਤ ਹੋਵੇਗਾ। ਅਗਲਾ ਹੈ 5 ਘਟਾਓ 2। ਬੱਚਿਓ ਜਦੋਂ ਆਪਾਂ ਘਟਾ ਕਰਨੀ ਹੈ ਉਸ ਸਮੇਂ ਸੰਖਿਆ ਪੱਟੀ ਦੇ ਵਿੱਚ ਆਪਾਂ ਪਹਿਲੇ ਅੰਕ ਤੇ ਚੱਲਣਾ ਹੈ 5 ਤੇ। 2 ਸੰਖਿਆਵਾਂ ਘਟਾਉਣੀ ਹੈ 2 ਤੇ ਆਪਾਂ 2 ਛਾਲਾਂ ਪੁੱਠੀ ਗਿਣਤੀ ਵੱਲ ਨੂੰ ਹੇਠਲੇ ਪਾਸਿਓਂ ਲਾਉਂਦੇ ਹੋਏ ਜਾਵਾਂਗੇ। 5 ਤੋਂ 2 ਛਾਲਾਂ ਪੁੱਠੀ ਗਿਣਤੀ ਦੀਆਂ ਲਾਉਂਦੇ ਹਾਂ। 1 2 2 ਛਾਲਾਂ ਲਾਉਣ ਤੋਂ ਬਾਅਦ ਅਸੀਂ 3 ਤੇ ਪਹੁੰਚ ਜਾਂਦੇ ਹਾਂ। ਭਾਵ ਕਿ 5 ਵਿੱਚੋਂ 2 ਘਟਾ ਕੇ ਸਾਨੂੰ 3 ਪ੍ਰਾਪਤ ਹੁੰਦਾ ਹੈ। ਇਸੇ ਤਰੀਕੇ 9 ਘਟਾਓ 6। ਅਸੀਂ ਪਹਿਲੇ ਅੰਕ 9 ਤੇ ਜਾਵਾਂਗੇ। 6 ਸੰਖਿਆਵਾਂ ਘਟਾਉਣੀਆਂ ਹਨ ਬੱਚਿਓ। ਸੋ 6 ਸੰਖਿਆਵਾਂ ਘਟਾਉਣ ਵਾਸਤੇ 9 ਤੋਂ ਪੁੱਠੀਆਂ ਛਾਲਾਂ 6 ਲਾਉਂਦੇ ਹੋਏ ਆਪਾਂ ਸੰਖਿਆ ਪੱਟੀ ਦੇ ਹੇਠਲੇ ਪਾਸੇ ਜਾਵਾਂਗੇ। 9 ਤੋਂ 1 2 3 4 5 6 6 ਛਾਲਾਂ ਲਾਉਣ ਤੋਂ ਬਾਅਦ ਸਾਨੂੰ 3 ਪ੍ਰਾਪਤ ਹੁੰਦਾ ਹੈ। ਭਾਵ ਕਿ 9 ਵਿੱਚੋਂ 6 ਘਟਾ ਕੇ 3 ਪ੍ਰਾਪਤ ਹੁੰਦਾ ਹੈ। ਸੋ ਇਸੇ ਤਰੀਕੇ ਬੱਚਿਓ ਇਸ ਸਵਾਲ ਨੂੰ ਕਰਨਾ ਹੈ। ਅਗਲਾ ਹੈ H। H ਦੇ ਵਿੱਚ ਆਪਾਂ ਦੇਖ ਰਹੇ ਹਾਂ ਟੋਕਵੀਂ ਗਿਣਤੀ ਲਿਖੋ। ਸੋ ਟੋਕਵੀਂ ਗਿਣਤੀ ਮੈਂ ਬੋਲਦਾ ਹਾਂ, ਤੁਸੀਂ ਉਸ ਨੂੰ ਲਿਖਣਾ ਹੈ।
ਜਿਸ ਤਰ੍ਹਾਂ ਪਹਿਲੇ ਖਾਨੇ ਵਿੱਚ, ਦੂਜੇ ਵਿੱਚ, ਤੀਜੇ ਵਿੱਚ ਮੈਂ 3 ਤੁਹਾਨੂੰ ਅੰਕ ਬੋਲੂੰਗਾ ਟੋਕਵੀ ਗਿਣਤੀ ਦੇ, ਤੁਸੀਂ ਲਿਖੋਗੇ। ਸੋ 3 5 7। ਸੋ ਇਹਨਾਂ ਨੂੰ ਤੁਸੀਂ ਇਸ ਖਾਲੀ ਥਾਵਾਂ ਵਿੱਚ ਲਿਖਣਾ ਹੈ। ਅਗਲੇ ਕੰਮ ਨਾਲ ਫਿਰ ਮਿਲਾਂਗੇ। ਥੈਂਕ ਯੂ, ਧੰਨਵਾਦ। Good morning, children. I hope you all are ready for your English class. That's great. Children, today we learn to write O. O, orange. And it is very easy. Come, let us move our finger in the air. Round and round and round. It becomes O. Isn't it easy and interesting too? So, what are we waiting for? Come, let's start with letter O. Children, let us feel the shape for O. Look here, it is very easy. It has a curve downward and same curve upward. It is O. Orange, O, owl. Come, let us practice O with sawdust. Look, it is very easy. Make a curve downward. Don't stop. And upward. Look, it is O. Orange. O. Owl. Look here, children. It is O. Look. Make a curve downward and a curve upward. O. Orange. O. Owl. Children, we write O in the first 3 lines of our notebook. We start from the red line. Make a curve downward touching the second blue line and a curve upward. It is O. Orange. Look here, children. Let's practice O. For writing O, we write O in first 3 lines. Make a curve downward and a curve upward. O. Look. A curve downward and a curve upward. A curve downward and a curve upward. It is O. O. Orange. Owl. Good. That's all for today. So now it's time for your homework. And your homework is you will write a complete page for letter O in your notebook. I'll meet you again. Till then, keep learning. Bye-bye. ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਹੁਣ ਤੱਕ ਤੁਸੀਂ ਪੰਨਾ ਨੰਬਰ 30 ਉੱਤੇ ਦਿੱਤੇ ਪੈਰੀ ਹਾਹਾ ਦੇ ਅਭਿਆਸ ਦੇ 3 ਪ੍ਰਸ਼ਨ ਕਰ ਚੁੱਕੇ ਹੋ। ਅੱਜ ਅਸੀਂ ਕਰਾਂਗੇ ਚੌਥਾ ਪ੍ਰਸ਼ਨ, ਜਿਹੜਾ ਹੈ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। आओ फिर शुरू करते हाँ। ਮਾਂ ਖਾਲੀ ਥਾਂ ਤੇ ਰੋਟੀ ਪਕਾਉਂਦੀ ਹੈ। ਵਿਕਲਪ ਦਿੱਤੇ ਗਏ ਹਨ ਚੁੱਲ੍ਹੇ, ਭਾਂਡੇ। ਤਾਂ ਪਿਆਰੇ ਬੱਚਿਓ, ਤੁਸੀਂ ਆਪਣੇ ਘਰਾਂ ਵਿੱਚ ਦੇਖਿਆ ਹੋਣਾ ਕਿ ਤੁਹਾਡੀ
ਮੰਮੀ ਵੀ ਰੋਟੀ ਕਿਹਦੇ ਉੱਤੇ ਪਕਾਉਂਦੀ ਹੈ? ਚੁੱਲ੍ਹੇ ਉੱਤੇ ਜਾਂ ਭਾਂਡੇ ਉੱਤੇ? ਮੈਡਮ ਜੀ, ਚੁੱਲ੍ਹੇ ਉੱਤੇ। ਤਾਂ ਖਾਲੀ ਥਾਂ ਵਿੱਚ ਆਊਗਾ ਚੁੱਲ੍ਹੇ। ਮਾਂ ਚੁੱਲ੍ਹੇ ਤੇ ਰੋਟੀ ਪਕਾਉਂਦੀ ਹੈ। ਅਸੀਂ ਖਾਲੀ ਥਾਂ ਦਾ ਸਾਗ ਖਾਧਾ। ਵਿਕਲਪ ਦਿੱਤੇ ਗਏ ਹਨ ਗੋਭੀ, ਸਰੋਂ। ਹਾਂਜੀ ਬੱਚਿਓ, ਤੁਸੀਂ ਕਿਹਦਾ ਬਣਿਆ ਸਾਗ ਖਾਂਦੇ ਹੋ? ਗੋਭੀ ਦਾ ਜਾਂ ਸਰੋਂ ਦਾ? ਮੈਡਮ ਜੀ, ਗੋਭੀ ਦੀ ਤਾਂ ਸਬਜ਼ੀ ਹੁੰਦੀ ਹੈ ਤੇ ਸਾਗ ਤਾਂ ਅਸੀਂ ਸਰੋਂ ਦਾ ਬਣਿਆ ਖਾਂਦੇ ਹਾਂ। ਸ਼ਾਬਾਸ਼। ਹਾਂਜੀ, ਖਾਲੀ ਥਾਂ ਵਿੱਚ ਆਏਗਾ ਸਰੋਂ। ਤਾਂ ਲਿਖੋ ਫਿਰ, ਅਸੀਂ ਸਰੋਂ ਦਾ ਸਾਗ ਖਾਧਾ। ਮੈਂ ਖਾਲੀ ਥਾਂ ਉੱਤੇ ਬੈਠੀ ਹਾਂ। ਵਿਕਲਪ ਹਨ ਪੌੜੀ, ਪੀੜੀ। ਹਾਂਜੀ ਬੱਚਿਓ, ਤਾਂ ਤੁਸੀਂ ਖੁਦ ਦੱਸੋ ਹੁਣ ਖਾਲੀ ਥਾਂ ਵਿੱਚ ਕੀ ਆਏਗਾ? ਮੈਡਮ ਜੀ, ਪੀੜੀ। ਕਿਉਂਕਿ ਪੌੜੀ ਤਾਂ ਅਸੀਂ ਉੱਤੇ ਚੜਨ ਲਈ ਵਰਤਦੇ ਹਾਂ, ਇਸ ਲਈ ਖਾਲੀ ਥਾਂ ਵਿੱਚ ਆਏਗਾ ਪੀੜੀ। ਸ਼ਾਬਾਸ਼। ਤਾਂ ਫਿਰ ਲਿਖੋ, ਮੈਂ ਪੀੜੀ ਉੱਤੇ ਬੈਠੀ ਹਾਂ। ਗਰਮੀ ਵਿੱਚ ਬੜਾ ਖਾਲੀ ਥਾਂ ਆਉਂਦਾ ਹੈ। ਵਿਕਲਪ ਦਿੱਤੇ ਗਏ ਹਨ ਮਜ਼ਾ, ਮੁੜਕਾ। ਮਜ਼ਾ, ਮੁੜਕਾ। ਤਾਂ ਪਿਆਰੇ ਬੱਚਿਓ, ਜਦੋਂ ਗਰਮੀ ਦੇ ਮੌਸਮ ਵਿੱਚ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਮਜ਼ਾ ਆਉਂਦਾ ਹੈ ਜਾਂ ਮੁੜਕਾ? ਮੈਡਮ ਜੀ, ਮੁੜਕਾ। ਹਾਂਜੀ, ਸ਼ਾਬਾਸ਼, ਮੁੜਕਾ। ਤਾਂ ਖਾਲੀ ਥਾਂ ਵਿੱਚ ਆਏਗਾ ਮੁੜਕਾ। ਗਰਮੀ ਵਿੱਚ ਬੜਾ ਮੁੜਕਾ ਆਉਂਦਾ ਹੈ। ਘਰ ਦੇ ਕੰਮ ਵਿੱਚ ਬੱਚਿਓ, ਅੱਜ ਤੁਸੀਂ ਜਿਹੜਾ ਚੌਥਾ ਪ੍ਰਸ਼ਨ ਕਰਾਇਆ ਹੈ ਉਹਨੂੰ ਦੁਬਾਰੇ ਤੋਂ ਆਪਣੀ ਕਾਪੀਆਂ ਵਿੱਚ ਹੱਲ ਕਰਨਾ ਹੈ ਤੇ ਉਹਨੂੰ ਆਪਣੇ ਅਧਿਆਪਕ ਸਾਹਿਬਾਨ ਤੋਂ ਚੈੱਕ ਵੀ ਕਰਾਉਣਾ ਹੈ। ਧੰਨਵਾਦ ਬੱਚਿਓ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਦਾ ਸਾਡਾ ਵਿਸ਼ਾ ਹੈ ਗਣਿਤ, ਜਿਸ ਵਿੱਚ ਅਸੀਂ ਸਿੱਖਾਂਗੇ ਅਸੀਂ ਕਿਸੇ ਸੰਖਿਆ ਨੂੰ ਤੋੜ ਕੇ ਵੱਖ-ਵੱਖ ਤਰੀਕਿਆਂ ਨਾਲ ਕਿਸ ਤਰ੍ਹਾਂ ਲਿਖ ਸਕਦੇ ਹਾਂ। ਤਾਂ ਆਓ ਸ਼ੁਰੂ ਕਰਦੇ ਹਾਂ। ਬੱਚਿਓ, ਮੇਰੇ ਕੋਲ ਕੁਝ ਰੁਪਏ ਹਨ। ਆਓ ਦੇਖੀਏ ਇਹ ਕਿੰਨੇ ਹਨ। 10, 20, 30, 40, 50, 60, 61, 62, 63, 64, 65, 66, 67, 68, 69। ਤਾਂ ਬੱਚਿਓ ਕੁੱਲ ਕਿੰਨੇ ਰੁਪਏ ਹੋ ਗਏ? 69 ਰੁਪਏ। 69 ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ? ਆਓ ਦੇਖੀਏ। 10, 10, 10, 10, 10, 10 ਅਤੇ 1-1 ਰੁਪਏ ਦੇ 9 ਨੋਟ। ਆਓ ਹੁਣ ਇਹਨਾਂ ਨੂੰ ਗਿਣ ਲੈਂਦੇ ਹਾਂ। 10 ਅਤੇ 10, 20, 20 ਅਤੇ 10, 30, 30 ਅਤੇ 10, 40, 40 ਅਤੇ 10, 50, 50 ਅਤੇ 10, 60, 60 ਅਤੇ 9, 69। 69 ਨੂੰ ਹੋਰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ? ਆਓ ਦੇਖੀਏ। 20, 20, 20 ਅਤੇ 1-1 ਰੁਪਏ ਦੇ 9 ਨੋਟ। ਆਓ ਇਹਨਾਂ ਨੂੰ ਗਿਣ ਲੈਂਦੇ ਹਾਂ। 20 ਅਤੇ 20, 40, 40 ਅਤੇ 20, 60, 60 ਅਤੇ 9, 69।
ਬੱਚਿਓ 69 ਹੈ 60 ਤੋਂ 9 ਵੱਧ 60 ਜਮਾ 9 60 ਅਤੇ 9 ਕਿੰਨਾ ਬਣ ਗਿਆ 69। ਬੱਚਿਓ ਸੰਖਿਆ 69 ਨੂੰ ਲਿਖ ਸਕਦੇ ਹਾਂ 60 ਅਤੇ 9 60 ਜਮਾ 9 69। ਬੱਚਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਸਥਾਨਕ ਮੁੱਲ ਸਾਰਣੀ ਦੇ ਅਨੁਸਾਰ ਇਕਾਈ ਦੇ ਸਥਾਨ ਤੇ 1 ਰੁਪਏ ਦੇ ਨੋਟ ਵਰਤੇ ਜਾਂਦੇ ਹਨ ਅਤੇ ਦਹਾਈ ਦੇ ਸਥਾਨ ਤੇ 10 ਰੁਪਏ ਦੇ ਨੋਟ ਵਰਤੇ ਜਾਂਦੇ ਹਨ। ਬੱਚਿਓ ਦੱਸੋ ਮੇਰੇ ਕੋਲ 1 ਰੁਪਏ ਦੇ ਨੋਟ ਕਿੰਨੇ ਸਨ? ਵੈਰੀ ਗੁੱਡ, 9 ਨੋਟ। ਇਸ ਦਾ ਭਾਵ ਹੈ 69 ਦੇ ਵਿੱਚ ਇਕਾਈ ਦੇ ਸਥਾਨ ਤੇ ਕਿਹੜਾ ਅੰਕ ਹੈ? 9। ਬੱਚਿਓ ਮੇਰੇ ਕੋਲ 10 ਰੁਪਏ ਦੇ ਨੋਟ ਕਿੰਨੇ ਸਨ? ਵੈਰੀ ਗੁੱਡ, 6 ਨੋਟ। ਇਸ ਦਾ ਭਾਵ ਹੈ 69 ਦੇ ਵਿੱਚ ਦਹਾਈ ਦੇ ਸਥਾਨ ਤੇ ਕਿਹੜਾ ਅੰਕ ਹੈ? 6। ਬੱਚਿਓ ਸਥਾਨਕ ਮੁੱਲ ਸਾਰਣੀ ਦੇ ਅਨੁਸਾਰ 69 ਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ 69 ਬਰਾਬਰੇ 6 ਦਹਾਈਆਂ ਜਮਾ 9 ਇਕਾਈਆਂ। ਬੱਚਿਓ ਅੱਜ ਆਪਾਂ 69 ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਲਿਖਣਾ ਸਿੱਖਿਆ ਹੈ। ਬੱਚਿਓ ਤੁਸੀਂ ਇਹ ਦੇਖੋ ਕਿ ਇਹਦੇ ਵਿੱਚ ਜੋੜ ਵੀ ਲੁਕਿਆ ਹੋਇਆ ਹੈ ਕਿਉਂਕਿ ਮੈਂ ਜਿੰਨੀ ਵਾਰ ਵੀ ਸੰਖਿਆ 69 ਬਣਾਈ ਹੈ ਮੈਂ ਉਸ ਲਈ ਲਈਆਂ ਵੱਖ-ਵੱਖ ਸੰਖਿਆਵਾਂ ਦਾ ਜੋੜ ਕੀਤਾ ਹੈ। ਬੱਚਿਓ ਜਦੋਂ ਸਾਨੂੰ ਇਕਾਈਆਂ ਅਤੇ ਦਹਾਈਆਂ ਦਿੱਤੀਆਂ ਹੋਣ ਅਸੀਂ ਕਿਸੇ ਸੰਖਿਆ ਨੂੰ ਕਿਸ ਤਰ੍ਹਾਂ ਪਤਾ ਕਰਦੇ ਹਾਂ, ਆਓ ਜਾਣੀਏ। ਬੱਚਿਓ ਦਹਾਈ ਦੇ ਸਥਾਨ ਤੇ ਅੰਕ ਹੈ 6। ਇੱਥੇ ਪਏ ਨੋਟਾਂ ਦਾ ਮੁੱਲ ਦੇਖ ਲੈਂਦੇ ਹਾਂ 10 20 30 40 50 60 ਭਾਵ 6 ਦਹਾਈਆਂ ਦਾ ਮੁੱਲ ਹੈ 60। ਬੱਚਿਓ ਇਕਾਈ ਦੇ ਸਥਾਨ ਤੇ ਅੰਕ ਹੈ 9। ਇੱਥੇ ਪਏ ਨੋਟਾਂ ਦਾ ਮੁੱਲ ਵੇਖ ਲੈਂਦੇ ਹਾਂ 1 2 3 4 5 6 7 8 9 ਭਾਵ 9 ਇਕਾਈਆਂ ਦਾ ਮੁੱਲ ਹੈ 9। ਬੱਚਿਓ ਜਦੋਂ ਅਸੀਂ 60 ਅਤੇ 9 ਨੂੰ ਜੋੜਦੇ ਹਾਂ ਤਾਂ ਸਾਡੇ ਕੋਲ ਕਿਹੜੀ ਸੰਖਿਆ ਬਣਦੀ ਹੈ? 60 ਜਮਾ 9 69। ਬੱਚਿਓ ਘਰ ਦਾ ਕੰਮ ਨੋਟ ਕਰ ਲਓ। ਇਸ ਵਿੱਚ ਤੁਸੀਂ ਆਪਣੇ ਗਣਿਤ ਦਾ ਪੰਨਾ ਨੰਬਰ 55 ਖੋਲੋ। ਤੁਸੀਂ ਸਵਾਲ ਨੰਬਰ 3 ਅਤੇ 4 ਕਰਨਾ ਹੈ। ਸਵਾਲ ਨੰਬਰ 3 ਦੇ ਵਿੱਚ ਖਾਲੀ ਥਾਵਾਂ ਭਰਨੀਆਂ ਹਨ। ਜਿਵੇਂ ਆਪਾਂ ਸੰਖਿਆ 69 ਕੀਤੀ ਹੈ, ਇਸ ਨੂੰ ਅਸੀਂ ਕਿਸ ਤਰ੍ਹਾਂ ਕੀਤਾ ਹੈ? ਆਓ ਦੇਖੀਏ। ਅਸੀਂ ਕੀਤਾ 60 ਜਮਾ 9 ਬਰਾਬਰੇ 69। ਇਸੇ ਤਰ੍ਹਾਂ ਬੱਚੋ ਬਾਕੀ ਦੀਆਂ ਸੰਖਿਆਵਾਂ ਵੀ ਹੱਲ ਕਰ ਲੈਣੀਆਂ ਹਨ। ਹੁਣ ਅਸੀਂ ਗਣਿਤ ਦਾ ਸਵਾਲ ਨੰਬਰ 4 ਕਰਾਂਗੇ। ਸੰਖਿਆ ਨੂੰ ਇਕਾਈਆਂ ਅਤੇ ਦਹਾਈਆਂ ਵਿੱਚ ਲਿਖਣਾ ਹੈ। ਇਸ ਵਿੱਚ ਅਸੀਂ ਪਹਿਲੀ ਸੰਖਿਆ ਵੇਖ ਲੈਂਦੇ ਹਾਂ। ਪਹਿਲੀ ਸੰਖਿਆ ਹੈ 39। ਇਸ ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ? ਇਸ ਨੂੰ ਅਸੀਂ ਬੱਚੋ ਇਸ ਤਰ੍ਹਾਂ ਲਿਖ ਸਕਦੇ ਹਾਂ 39 ਬਰਾਬਰੇ 3 ਦਹਾਈਆਂ ਜਮਾ 9 ਇਕਾਈਆਂ। ਇਸੇ ਤਰ੍ਹਾਂ ਬਾਕੀ ਦੇ ਸਵਾਲ ਵੀ ਹੱਲ ਕਰ ਲੈਣੇ ਹਨ। ਧੰਨਵਾਦ। Hello dear children, welcome to your English class. Open your textbooks at page number 44. We will do the exercise read aloud. Children, there are some words given in pairs. Let's read these words. The first pair is here. Let's read the first word. B, at, bat. Come on children, speak with me. B. Look, the boys are fighting. It is bad. Now let's read the second word of this pair. B, at, bed. Yes, bed on which we sleep. Bad, bed. Let's move to the second pair. Yes, the first word is egg, bag. The second word is beg. Dear children, we all beg to God for anything we want. Now, this is our next pair. The first word is b, at, bat. Yes, we play with the bat. And the second word is b, at, bet. I bet I will win this game.
Let's move to the next pair. Yes, the first word is man. And man. And the second word is and men. Let's move to the next pair. The first word is pat. Children, pat your cheeks. Yes, that's nice. The second word is pet. Look, this is my pet. Let's move to the next pair. The first word is pan. And pan. The second word is pen. and pen. This is our next pair. The first word is sat. Sat. The boy sat on a bench. And the second word is set. I have a set of alphabet cards. Let's move to the next pair. The first word is t and tan. Children, do not go out in the sun, otherwise your face will be tan. The second word is t and 10. This is number 10. Now it's time for homework. Note down these pair of words in your notebooks. ਮੇਰੇ ਬਹੁਤ ਹੀ ਪਿਆਰੇ ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਭਾਵੇਂ ਦੀਪੂ ਦਾ ਧਿਆਨ ਪੜ੍ਹਾਈ ਵਿੱਚ ਨਹੀਂ ਲੱਗਦਾ, ਪਰ ਉਹ ਅਕਸਰ ਆਪਣੀ ਪਾਠ ਪੁਸਤਕ ਵਿਚਲੀਆਂ ਤਸਵੀਰਾਂ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ। ਉਹ ਅਕਸਰ ਇਹਨਾਂ ਤਸਵੀਰਾਂ ਨਾਲ ਗੱਲਾਂ ਵੀ ਕਰਨ ਲੱਗ ਜਾਂਦਾ ਹੈ। ਪਿਆਰੇ ਬੱਚਿਓ, ਅੱਜ ਉਹ ਆਪਣੀ ਪਾਠ ਪੁਸਤਕ ਵਿੱਚ ਪਾਠ 8 ਦੇਖੋ, ਠਹਿਰੋ ਅਤੇ ਜਾਓ ਵਿਚਲੀ ਤਸਵੀਰ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਹੈ ਤੇ ਦੇਖਦੇ ਹੀ ਦੇਖਦੇ ਉਹ ਤਸਵੀਰ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ। ਸੜਕ ਮਾਸੀ, ਤੂੰ ਥੱਕ ਨਹੀਂ ਜਾਂਦੀ? ਰਾਤ ਦਿਨ ਤੇਰੇ ਉੱਤੋਂ ਕਿੰਨੀਆਂ ਮੋਟਰ ਗੱਡੀਆਂ ਲੰਘਦੀਆਂ ਹਨ। ਨਹੀਂ ਦੀਪੂ, ਮੈਂ ਨਹੀਂ ਥੱਕਦੀ। ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾ ਕੇ ਮੈਨੂੰ ਬੜੀ ਖੁਸ਼ੀ ਮਿਲਦੀ ਹੈ। ਅੱਛਾ, ਇਹ ਦੱਸ, ਤੇਰੇ ਤੇ ਇਹ ਕਾਲੀਆਂ ਚਿੱਟੀਆਂ ਧਾਰੀਆਂ ਕਿਉਂ ਵਾਹੀਆਂ ਹੋਈਆਂ? ਦੀਪੂ, ਇਹ ਜ਼ੈਬਰਾ ਕ੍ਰਾਸਿੰਗ ਹੈ, ਪੈਦਲ ਚੱਲਣ ਵਾਲਿਆਂ ਦੇ ਲੰਘਣ ਲਈ। ਵੇਖੇ ਬੱਚੇ ਖੜੇ ਹਨ ਸੜਕ ਕਿਨਾਰੇ, ਇਹ ਜ਼ੈਬਰਾ ਕ੍ਰਾਸਿੰਗ ਤੋਂ ਸੜਕ ਪਾਰ ਕਰਨਗੇ। ਇਹ ਦੇਖ, ਇਸ ਤਰ੍ਹਾਂ। ਅੱਛਾ ਸੜਕ ਮਾਸੀ, ਇਹ ਦੱਸ, ਹਰਪ੍ਰੀਤ ਦੇ ਪਾਪਾ ਜੀ ਜਿੱਥੇ ਖੜੇ ਹਨ ਉੱਥੇ ਸੜਕ ਉੱਚੀ ਕਿਉਂ ਹੈ? ਦੀਪੂ, ਇਹ ਫੁੱਟਪਾਥ ਹੈ, ਪੈਦਲ ਚੱਲਣ ਵਾਲਿਆਂ ਦੀ ਸਹੂਲਤ ਲਈ। ਇਸ ਨੂੰ ਫੁੱਟਪਾਥ ਕਹਿੰਦੇ ਹਨ। ਇਹ ਦੇਖ ਦੀਪੂ, ਇਹ ਦੋ ਪਾਸੇ ਫੁੱਟਪਾਥ ਬਣੀ ਹੋਈ ਹੈ। ਅੱਛਾ ਸੜਕ ਮਾਸੀ, ਠੀਕ ਹੈ, ਪਰ ਇਹ ਬੱਤੀਆਂ ਵਾਲਾ ਖੰਭਾ ਕਿਉਂ ਇੱਥੇ ਲਾਇਆ? ਰੋਸ਼ਨੀ ਲਈ? ਉਹ ਨਹੀਂ ਦੀਪੂ, ਇਹ ਟ੍ਰੈਫਿਕ ਵਾਲੀਆਂ ਬੱਤੀਆਂ ਨੇ, ਦੁਰਘਟਨਾ ਤੋਂ ਬਚਾਅ ਲਈ ਲਗਾਈਆਂ ਗਈਆਂ ਹਨ। ਲਾਲ ਬੱਤੀ ਹੋਵੇ ਤਾਂ ਗੱਡੀਆਂ ਨੂੰ ਰੁਕਣਾ ਪੈਂਦਾ ਹੈ, ਪੀਲੀ ਬੱਤੀ ਹੋਵੇ ਤਾਂ ਚੱਲਣ ਲਈ ਤਿਆਰ ਹੋ ਜਾਵੋ, ਤੇ ਜੇ ਹਰੀ ਬੱਤੀ ਹੋਵੇ ਤਾਂ ਗੱਡੀਆਂ ਚੱਲ ਸਕਦੀਆਂ ਹਨ। ਅੱਛਾ ਸੜਕ ਮਾਸੀ, ਹੁਣ ਤੱਕ ਤਾਂ ਮੈਂ ਇਹ ਸੋਚ ਕੇ ਹੈਰਾਨ ਸੀ ਬਈ ਇਹਨਾਂ ਬੱਤੀਆਂ ਨੂੰ ਕੋਈ ਦਿਨ ਵੇਲੇ ਬੰਦ ਕਿਉਂ ਨਹੀਂ ਕਰਦਾ। ਦੀਪੂ, ਤੂੰ ਵੀ ਅਨੋਖੀਆਂ ਹੀ ਗੱਲਾਂ ਕਰਦਾ ਹੈ। ਪਿਆਰੇ ਬੱਚਿਓ, ਹੁਣ ਤੱਕ ਤੁਹਾਨੂੰ ਇਸ ਤਸਵੀਰ ਬਾਰੇ ਕੀਤੀਆਂ ਗਈਆਂ ਗੱਲਾਂ ਸਮਝ ਆ ਗਈਆਂ ਹੋਣਗੀਆਂ। ਬੱਚਿਓ, ਇਹ ਕੀ ਹੈ? ਇਹ ਜ਼ੈਬਰਾ ਕ੍ਰਾਸਿੰਗ ਹੈ, ਪੈਦਲ ਚੱਲਣ ਵਾਲਿਆਂ ਲਈ। ਤੇ ਇਹ ਕੀ ਹੈ? ਫੁੱਟਪਾਥ। ਇਹ ਹੈ ਫੁੱਟਪਾਥ। ਤੇ ਇਹ ਹੈ ਬੱਤੀਆਂ ਵਾਲਾ ਖੰਭਾ। ਇਹ ਟ੍ਰੈਫਿਕ ਦੀਆਂ ਲਾਈਟਾਂ ਹਨ ਬੱਚਿਓ। ਸਭ ਤੋਂ ਪਹਿਲੇ ਕਿਹੜੀ ਬੱਤੀ ਹੈ? ਲਾਲ ਬੱਤੀ।
फिर पीली बत्ती, उस तो बाद हरी बत्ती। लाल बत्ती सानू की संकेत देंदी है बच्चों? रुक जाओ। लाल बत्ती रुक जाओ दा संकेत देंदी है। पीली बत्ती चलण लई तैयार हो जाण दा संकेत देंदी है ते हरी बत्ती चल पैण दा संकेत देंदी है। प्यारे बच्चों, तुसी ये तस्वीर अपनी कापी जां ड्राइंग फाइल च बनाओ ते फिर इस विच सोहणे सोहणे रंग भरियो। अच्छा प्यारे बच्चों, फिर मिलांगे। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡਦੇ ਹੋ ਕਿਉਂਕਿ ਸਾਰੇ ਹੀ ਬੱਚਿਆਂ ਨੂੰ ਖੇਡਾਂ ਖੇਡਣੀਆਂ ਬਹੁਤ ਪਸੰਦ ਹੁੰਦੀਆਂ ਹਨ। ਅੱਜ ਅਸੀਂ ਵੀ ਕੁਝ ਖੇਡਾਂ ਖੇਡਦੇ ਹੋਏ ਜੋੜ ਵੱਲ ਇੱਕ ਕਦਮ ਵਧਾਉਂਦੇ ਹੋਏ ਤੁਹਾਡੀ ਗਣਿਤ ਦੀ ਪਾਠ ਪੁਸਤਕ ਦੇ ਪੰਨਾ ਨੰਬਰ 63 ਅਤੇ 64 ਉੱਪਰ ਦਿੱਤੇ ਗਏ 3 ਅੰਕਾਂ ਦੀ ਸੰਖਿਆਵਾਂ ਦਾ ਜੋੜ ਕਰੰਸੀ ਨੋਟਾਂ ਦੀ ਮਦਦ ਦੇ ਨਾਲ ਕਰਾਂਗੇ। ਹਰਮੀਤ, ਮਾਲਾ ਅਤੇ ਜਸਲੀਨ ਨੇ ਆਪਣੀ ਆਪਣੀ ਗੋਲਕ ਖੋਲੀ। ਹਰਮੀਤ ਦੀ ਗੋਲਕ ਵਿੱਚੋਂ ਨਿਕਲੇ 124 ਰੁਪਏ, ਮਾਲਾ ਦੀ ਗੋਲਕ ਵਿੱਚੋਂ ਨਿਕਲੇ 301 ਰੁਪਏ ਅਤੇ ਜਸਲੀਨ ਦੀ ਗੋਲਕ ਵਿੱਚੋਂ ਨਿਕਲੇ 232 ਰੁਪਏ। ਤੇ ਆਓ ਫਿਰ ਪਿਆਰੇ ਬੱਚਿਓ ਦੇਖੀਏ ਤਿੰਨਾਂ ਦੇ ਰੁਪਏ ਮਿਲਾ ਕੇ ਕਿੰਨੇ ਰੁਪਏ ਹੋ ਗਏ। ਸੋ ਬੱਚਿਓ, ਹਰਮੀਤ, ਮਾਲਾ ਅਤੇ ਜਸਲੀਨ ਨੇ ਸਭ ਤੋਂ ਪਹਿਲੇ ਆਪਣੇ 100 ਦੇ ਨੋਟ ਇਕੱਠੇ ਕੀਤੇ। ਹਾਂਜੀ, ਫਿਰ ਉਹਨਾਂ ਨੇ ਆਪਣੇ 10 ਦੇ ਨੋਟ ਇਕੱਠੇ ਕਰ ਲਏ ਅਤੇ ਫਿਰ ਉਹਨਾਂ ਨੇ ਆਪਣੇ 1 ਰੁਪਏ ਦੇ ਨੋਟ ਵੀ ਇਕੱਠੇ ਕਰ ਲਏ। ਤੇ ਆਓ ਫਿਰ ਦੇਖੀਏ ਤਿੰਨਾਂ ਬੱਚਿਆਂ ਕੋਲ ਮਿਲਾ ਕੇ ਕਿੰਨੇ ਰੁਪਏ ਹੋਏ। ਪਹਿਲੇ 1 ਦੇ ਨੋਟ 1 2 3 4 5 6 7 7 1 ਦੇ ਨੋਟ ਭਾਵ 7 ਰੁਪਏ। 10 ਦੇ ਨੋਟ 10 20 30 40 50 50 ਰੁਪਏ ਅਤੇ 100 ਦੇ ਨੋਟ 100 200 300 400 500 600 ਤੇ 600 ਰੁਪਏ। ਤੇ ਪਿਆਰੇ ਬੱਚਿਓ, ਆਓ ਫਿਰ ਦੇਖੀਏ ਹਰਨੀਤ, ਮਾਲਾ ਅਤੇ ਜਸਲੀਨ ਤਿੰਨਾਂ ਦੇ ਰੁਪਏ ਮਿਲਾ ਕੇ ਕਿੰਨੇ ਰੁਪਏ ਹੋ ਗਏ। ਤੇ ਪਿਆਰੇ ਬੱਚਿਓ, ਆਓ ਫਿਰ ਇਸ ਨੂੰ ਮਾਨਤਾਂ ਦੀ ਸਹਾਇਤਾ ਦੇ ਨਾਲ ਸਮਝੀਏ। 600 ਰੁਪਏ ਦੀ ਰਕਮ ਨੂੰ ਦਰਸਾਉਣ ਵਾਸਤੇ ਇਹ ਹੈ 600 ਦਾ ਮਾਨ ਕਾਰਡ ਤੇ 50 ਰੁਪਏ ਦੀ ਰਕਮ ਨੂੰ ਦਰਸਾਉਣ ਵਾਸਤੇ ਇਸ ਦੇ ਉੱਪਰ ਅਸੀਂ ਰੱਖਦੇ ਹਾਂ 50 ਦਾ ਮਾਨ ਕਾਰਡ। ਹੁਣ ਪਿਆਰੇ ਬੱਚਿਓ, ਸਾਡੀ ਰਕਮ ਬਣ ਗਈ 650 ਅਤੇ 7 ਰੁਪਏ ਦੀ ਰਕਮ ਨੂੰ ਦਰਸਾਉਣ ਵਾਸਤੇ ਅਸੀਂ ਇਸ ਉੱਪਰ ਰੱਖਾਂਗੇ ਹਾਂਜੀ 7 ਦਾ ਮਾਨ ਕਾਰਡ। ਤੇ ਪਿਆਰੇ ਬੱਚਿਓ, ਹੁਣ ਸਾਡੀ ਰਕਮ ਬਣ ਗਈ 657। ਸੋ ਮੇਰੇ ਪਿਆਰੇ ਬੱਚਿਓ, ਹਰਨੀਤ, ਮਾਲਾ ਅਤੇ ਜਸਲੀਨ ਦੇ ਰੁਪਏ ਮਿਲਾ ਕੇ ਹੋ ਗਏ 657 ਰੁਪਏ। ਹੁਣ ਬੱਚਿਓ, ਅਸੀਂ ਇੱਕ ਹੋਰ ਤਰੀਕੇ ਨਾਲ ਵੀ ਜੋੜ ਕਰਕੇ ਦੇਖਦੇ ਹਾਂ। ਆਓ ਫਿਰ ਦੇਖੀਏ 100 200 300 400 500 600 610 620 630 640 650 ਤੇ 651 652 653 654 655 656 657। ਹਾਂਜੀ ਮੇਰੇ ਪਿਆਰੇ ਬੱਚਿਓ, ਹੁਣ ਤਿੰਨਾਂ ਬੱਚਿਆਂ ਦੇ ਰੁਪਏ ਮਿਲਾ ਕੇ ਹੋ ਗਏ 657 ਰੁਪਏ ਅਤੇ ਸਾਨੂੰ ਸਾਡੇ ਸਵਾਲ ਦਾ ਜਵਾਬ ਵੀ ਮਿਲ ਗਿਆ। 124 ਜੋੜ 301 ਜੋੜ 232 ਬਰਾਬਰ ਹੈ 657 ਤੇ 657 ਸਾਡਾ ਜੋੜਫਲ ਹੈ। ਘਰ ਦੇ ਕੰਮ ਵਿੱਚ ਪਿਆਰੇ ਬੱਚਿਓ, ਤੁਸੀਂ ਆਪਣੀ ਗਣਿਤ ਦੀ ਪਾਠ ਪੁਸਤਕ ਦੇ ਪੰਨਾ ਨੰਬਰ 63 ਅਤੇ ਪੰਨਾ ਨੰਬਰ 64 ਉੱਪਰ ਦਿੱਤੇ ਗਏ ਜੋੜਫਲ ਪਤਾ ਕਰੋ ਦੇ ਸਵਾਲ ਆਪਣੀ ਕਾਪੀਆਂ ਦੇ ਵਿੱਚ ਹੱਲ ਕਰਨੇ ਹਨ। ਧੰਨਵਾਦ। Students, look here. Part C. Find these words in the grid. Students, this is the grid.
given in your book at page number 27. Okay? So students, open your books at page number 27 and now look at the grid carefully. We have to find these words in the grid. Let's read these words first. Harm, bows, spread, grow, morning, night, shade. Okay? Now let's find out these words. But how? Don't worry students, I'm here to help you. We can find out these words by looking at the grid horizontally or vertically. Okay? We will start with horizontal direction first. Okay? Let me place this card here so that we can have a clear look at each line. Okay? Let's start. M S P R E A D. Yes, spread. We have found a word, spread, right? At number 3. Now students, let's first take this word, spread. We have found it and now we will encircle it here. Spread. Okay? Now let's continue. We will look in the second line now. Let's read it. O-B-O-U-G-H-S. Yes, bows. We have found it. At number 2, we have again found the word bows. Now, let's encircle it. Bows. Students, in the same way, you can find more meaningful words in the grid. Okay? I'm leaving it for you. Now, let's search these words in vertical direction. I'll place the card here. Let's read M-O-R-N-I-N-G. Yes, look here, morning. We have found a word, morning. Let's take it first. Morning. And now we will encircle it. Morning. Let's continue. In the next line, let's read it. S-B-K-L-T-K-B-O. No meaningful word in this line. Now let's shift to another line. Okay. P-O-H-U-G-R-O-W. G-R-O-W. Grow. Grow. We have found this word, grow. Now, let's encircle it. Grow. Okay? Students, in the same way, you can find more words in the grid. Okay? I'm leaving this for you to do. Today, right now, we have found these words. Bows, spread, grow, morning. Now, it's time for your homework. Students, your homework is to find out rest of the words in the grid. Okay? You have to find out harm, night and shade in this grid. Okay? So do it correctly and give your best. Have a nice day ahead. ਪਿਆਰੇ ਬੱਚਿਓ, ਅੱਜ ਆਪਾਂ ਵਿਸ਼ਾ ਵਾਤਾਵਰਣ ਸਿੱਖਿਆ ਜਮਾਤ ਤੀਸਰੀ ਦੇ ਪਾਠ 8
ਪੰਛੀਆਂ ਦੀ ਦੁਨੀਆ ਦਾ ਕੁਝ ਅਭਿਆਸ ਕਰਨ ਜਾ ਰਹੇ ਹਾਂ। ਹਾਂਜੀ ਬੇਟੇ, ਸਭ ਤੋਂ ਪਹਿਲਾਂ ਆਪਾਂ ਕਰਾਂਗੇ ਯਾਦ ਰੱਖਣ ਯੋਗ ਗੱਲਾਂ। ਕਿਹੜੀਆਂ ਗੱਲਾਂ? ਜਿਨ੍ਹਾਂ ਨੂੰ ਤੁਸੀਂ ਪਾਠ ਵਿੱਚੋਂ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਿਆ ਹੈ। ਤੇ ਚਲੋ ਆਓ ਫਿਰ ਅੱਜ ਆਪਾਂ ਉਹਨਾਂ ਗੱਲਾਂ ਨੂੰ ਯਾਦ ਰੱਖਣਾ ਹੈ ਅਤੇ ਨਾਲੇ ਉਹਨਾਂ ਦਾ ਅਭਿਆਸ ਵੀ ਕਰਨਾ ਹੈ। ਸਭ ਤੋਂ ਪਹਿਲਾਂ ਹੈ ਬੇਟੇ, ਖੰਭ ਪੰਛੀਆਂ ਦੀ ਉੱਡਣ ਵਿੱਚ ਮਦਦ ਕਰਦੇ ਹਨ। ਪਿਆਰੇ ਬੱਚਿਓ, ਰੰਗ ਬਿਰੰਗੇ ਖੰਭਾਂ ਦੇ ਨਾਲ ਪੰਛੀ ਉੱਡਦੇ ਹਨ, ਸੋ ਪੰਛੀਆਂ ਦੇ ਉੱਡਣ ਵਿੱਚ ਖੰਭ ਉਹਨਾਂ ਦੀ ਮਦਦ ਕਰਦੇ ਹਨ। ਇਸ ਤੋਂ ਅੱਗੇ ਹੈ ਬੇਟੇ, ਬਹੁਤ ਸਾਰੇ ਪੰਛੀ ਆਪਣਾ ਘਰ ਬਣਾਉਂਦੇ ਹਨ। ਇਸ ਘਰ ਨੂੰ ਆਲਣਾ ਕਹਿੰਦੇ ਹਨ। ਸੋ ਪੰਛੀ ਜੋ ਘਰ ਬਣਾਉਂਦੇ ਨੇ ਉਹਨੂੰ ਆਪਾਂ ਕੀ ਕਹਾਂਗੇ? ਆਲਣਾ। ਕੁਝ ਪੰਛੀ ਅਨਾਜ ਖਾਂਦੇ ਹਨ, ਕੁਝ ਪੰਛੀ ਫਲ ਅਤੇ ਕੁਝ ਕੀੜੇ ਮਕੌੜੇ। ਕੁਝ ਅਨਾਜ, ਕੁਝ ਫਲ ਅਤੇ ਕੁਝ ਪੰਛੀ ਕੀੜੇ ਮਕੌੜੇ ਖਾਂਦੇ ਹਨ। ਸੋ ਪੰਛੀਆਂ ਦਾ ਭੋਜਨ ਅਲੱਗ-ਅਲੱਗ ਹੁੰਦਾ ਹੈ। ਹਾਂਜੀ, ਮੋਰ ਸਾਡਾ ਕੌਮੀ ਪੰਛੀ ਹੈ ਅਤੇ ਬਾਜ ਸਾਡਾ ਰਾਜ ਪੰਛੀ ਹੈ। ਮੋਰ ਸਾਡਾ ਕੌਮੀ ਪੰਛੀ ਹੈ ਅਤੇ ਬਾਜ ਸਾਡਾ ਰਾਜ ਪੰਛੀ ਹੈ। ਹਾਂਜੀ ਪਿਆਰੇ ਬੱਚਿਓ, ਇਹ ਸੀ ਯਾਦ ਰੱਖਣ ਯੋਗ ਗੱਲਾਂ। ਤੇ ਹੁਣ ਆਪਾਂ ਬੇਟੇ ਕਰਨਾ ਹੈ ਖਾਲੀ ਥਾਵਾਂ ਭਰੋ। ਇਸ ਦੇ ਵਿੱਚ ਤੁਹਾਨੂੰ 3 ਸ਼ਬਦ ਦਿੱਤੇ ਹੋਏ ਹਨ ਅਤੇ 3 ਹੀ ਬੇਟੇ ਵਾਕ ਦਿੱਤੇ ਹੋਏ ਹਨ। ਤੁਸੀਂ ਸ਼ਬਦਾਂ ਨੂੰ ਵਾਕਾਂ ਦੇ ਵਿੱਚ ਸਹੀ ਭਰਨਾ ਹੈ। ਪਹਿਲਾ ਹੈ, ਮੋਰ ਦੇ ਡੈਸ਼ ਬਹੁਤ ਸੁੰਦਰ ਹੁੰਦੇ ਹਨ। ਮੋਰ ਦੇ ਕੀ ਸੁੰਦਰ ਹੁੰਦੇ ਹਨ? ਮੋਰ ਦੇ ਖੰਭ ਬਹੁਤ ਹੀ ਸੁੰਦਰ ਹੁੰਦੇ ਹਨ। ਅੱਗੇ ਹੈ ਪੁੱਤਰ, ਤੋਤਾ ਡੈਸ਼ ਖਾਣਾ ਪਸੰਦ ਕਰਦਾ ਹੈ। ਤੋਤਾ ਕੀ ਖਾਣਾ ਪਸੰਦ ਕਰਦਾ ਹੈ? ਮਿਰਚ। ਇੱਥੇ ਆਪਾਂ ਮਿਰਚ ਭਰ ਦਿੱਤਾ ਅਤੇ ਚੱਕੀ ਰਾਹਾ ਡੈਸ਼ ਖਾਂਦਾ ਹੈ। ਚੱਕੀ ਰਾਹਾ ਆਪਣੀ ਲੰਬੀ ਚੁੰਝ ਨਾਲ ਕੀ ਖਾਊਗਾ ਬੇਟੇ? ਕੀੜੇ ਮਕੌੜੇ। ਸੋ ਪਿਆਰੇ ਬੱਚਿਓ, ਇੱਥੇ ਆਪਾਂ ਕੀੜੇ ਮਕੌੜੇ ਭਰ ਦਿੱਤਾ। ਹਾਂਜੀ ਬੇਟੇ, ਇਹ ਸੀ ਖਾਲੀ ਸਥਾਨ। ਤੇ ਹੁਣ ਆਪਾਂ ਘਰ ਦਾ ਕੰਮ ਕਰਨਾ ਹੈ। ਘਰ ਦੇ ਕੰਮ ਵਿੱਚ ਤੁਸੀਂ ਪੰਛੀਆਂ ਦੇ ਨਾਮ ਲਿਖਣੇ ਹਨ। ਇਹਨਾਂ ਖਾਨਿਆਂ ਦੇ ਵਿੱਚ ਸੋਹਣੇ ਸੋਹਣੇ ਕਰਕੇ ਤੁਸੀਂ ਪੰਛੀਆਂ ਦੇ ਨਾਮ ਲਿਖਣੇ ਹਨ। ਜਿਵੇਂ ਕਿ ਬੇਟੇ ਬਾਜ, ਕਬੂਤਰ, ਅੱਗੇ ਤੋਤਾ, ਬਗੁਲਾ, ਹਾਂਜੀ ਚਿੜੀ ਅਤੇ ਕਾਂ। ਪਿਆਰੇ ਬੱਚਿਓ, ਇਹ ਸਾਰਾ ਕੰਮ ਤੁਸੀਂ ਆਪਣੀਆਂ ਕਾਪੀਆਂ ਦੇ ਵਿੱਚ ਬਹੁਤ ਹੀ ਸੋਹਣਾ ਸੋਹਣਾ ਕਰਕੇ ਬੇਟੇ ਲਿਖਣਾ ਹੈ। ਦੀਪੀ ਕਹਿੰਦਾ ਸੁਣ ਉਹ ਜੀਤੀ, ਬੁੱਝ ਤੂੰ ਮੇਰੀ ਬਾਤ, ਐਸੀ ਇੱਕ ਮਸ਼ੀਨ ਉਹ ਕਿਹੜੀ ਜੋ ਬੰਦੇ ਲਈ ਦਾਤ। ਬੁੱਝ ਤੂੰ ਮੇਰੀ ਬਾਤ ਕਵਿਤਾ ਮਸ਼ਹੂਰ ਲੇਖਕ ਦਰਸ਼ਨ ਸਿੰਘ ਆਸ਼ਕੀ ਜੀ ਦੀ ਲਿਖੀ ਹੋਈ ਬੜੀ ਰੋਚਕ ਕਵਿਤਾ ਹੈ ਬੱਚਿਓ, ਜੋ ਇੱਕ ਬੁਝਾਰਤ ਵਰਗੀ ਹੈ। ਤਾਂ ਪਿਆਰੇ ਬੱਚਿਓ, ਅੱਜ ਅਸੀਂ ਇਸ ਰੋਚਕ ਕਵਿਤਾ ਦੇ ਪਾਠ ਅਭਿਆਸ ਵਿੱਚੋਂ ਪ੍ਰਸ਼ਨ ਉੱਤਰ ਦਾ ਕੰਮ ਪੂਰਾ ਕਰਾਂਗੇ। ਤਾਂ ਆਓ ਦੇਖਦੇ ਹਾਂ ਇਸ ਦੇ ਪਾਠ ਅਭਿਆਸ ਵਿੱਚ ਸਾਡੇ ਕੋਲੇ ਕਿਹੜੇ-ਕਿਹੜੇ ਪ੍ਰਸ਼ਨ ਪੁੱਛੇ ਗਏ ਹਨ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਬੱਚਿਓ, ਦੀਪੀ ਨੇ ਕਿਹੜੀ ਮਸ਼ੀਨ ਦੀ ਬਾਤ ਪਾਈ? ਹਾਂ ਬੱਚਿਓ, ਤੁਸੀਂ ਇਸ ਕਵਿਤਾ ਨੂੰ ਪੜ੍ਹਿਆ ਤਾਂ ਤੁਹਾਨੂੰ ਪਤਾ ਲੱਗਾ ਹੋਵੇਗਾ ਕਿ ਇਸ ਕਵਿਤਾ ਵਿੱਚ ਕਿਸ ਮਸ਼ੀਨ ਦੀ ਗੱਲ ਕੀਤੀ ਗਈ ਹੈ। ਬਿਲਕੁਲ ਸਹੀ। ਤਾਂ ਇਸ ਦਾ ਉੱਤਰ ਅਸੀਂ ਇਸ ਤਰ੍ਹਾਂ ਲਿਖਾਂਗੇ, ਦੀਪੀ ਨੇ ਕੰਪਿਊਟਰ ਮਸ਼ੀਨ ਦੀ ਬਾਤ ਪਾਈ। ਤਾਂ ਸਾਡਾ ਅਗਲਾ ਪ੍ਰਸ਼ਨ ਹੈ ਬੱਚਿਓ, ਇਹ ਮਸ਼ੀਨ ਪਲਾਂ ਛਿਣਾਂ ਵਿੱਚ ਕੀ ਕਰਦੀ ਹੈ? ਪਿਆਰੇ ਬੱਚੋ, ਯਾਦ ਕਰੋ ਕਿ ਕਵਿਤਾ ਵਿੱਚ ਇਸ ਨਾਲ ਮਿਲਦੇ ਜੁਲਦੇ ਸ਼ਬਦ ਕਿਹੜੀਆਂ ਸਤਰਾਂ ਵਿੱਚ ਆਏ ਹਨ? ਜੀ ਹਾਂ, ਉਹ ਕੇਵਲ ਨਾ ਗਿਣਨਾ ਜਾਣੇ, ਅੱਖਰ ਜੋੜ ਵੀ ਸਕਦੀ, ਜੋੜ ਘਟਾ ਤੇ ਗੁਣਾ ਵੰਡ ਤਾਂ ਪਲਾਂ ਛਿਣਾਂ ਵਿੱਚ ਕਰਦੀ। ਤਾਂ ਇਸ ਲਾਈਨ ਵਿੱਚ ਹੀ ਇਸ ਦਾ ਉੱਤਰ ਵੀ ਲੁਕਿਆ ਹੋਇਆ ਹੈ। ਤਾਂ ਸਾਡਾ ਉੱਤਰ ਹੈ, ਇਹ ਮਸ਼ੀਨ ਜੋੜ ਘਟਾ ਗੁਣਾ ਅਤੇ ਵੰਡ ਨੂੰ ਪਲਾਂ ਛਿਣਾਂ ਵਿੱਚ ਕਰਦੀ ਹੈ। ਤਾਂ ਸਾਡਾ ਅਗਲਾ ਪ੍ਰਸ਼ਨ ਹੈ ਬੱਚਿਓ, ਘੱਟਾ ਤੇ ਬਰਸਾਤ ਹੋਣ ਕਾਰਨ ਮਸ਼ੀਨ ਨੂੰ ਕੀ ਹੁੰਦਾ ਹੈ? ਕਵਿਤਾ ਵਿੱਚ ਅਸੀਂ ਪੜ੍ਹਿਆ ਸੀ ਬੱਚਿਓ,
ਵਾਇਰਸ ਹੋ ਜਾਏ ਸਹਿ ਨਹੀਂ ਸਕਦੀ ਘੱਟਾ ਤੇ ਬਰਸਾਤ। ਭਾਵ ਮਿੱਟੀ ਘੱਟੇ ਦੇ ਨਾਲ ਨਾਲ ਬਰਸਾਤ ਦੀ ਸਿੱਲ ਨਾਲ ਵੀ ਕੰਪਿਊਟਰ ਖਰਾਬ ਹੋ ਸਕਦਾ ਹੈ। ਇਸ ਲਈ ਸਾਨੂੰ ਇਸ ਦੀ ਖਾਸ ਦੇਖਭਾਲ ਕਰਨੀ ਪੈਂਦੀ ਹੈ। ਤਾਂ ਇਸ ਦਾ ਉੱਤਰ ਅਸੀਂ ਲਿਖਾਂਗੇ ਘੱਟਾ ਤੇ ਬਰਸਾਤ ਹੋਣ ਕਾਰਨ ਮਸ਼ੀਨ ਖਰਾਬ ਹੋ ਜਾਂਦੀ ਹੈ। ਸਾਡਾ ਅਗਲਾ ਪ੍ਰਸ਼ਨ ਹੈ ਬੱਚਿਓ, ਇਸ ਮਸ਼ੀਨ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਹੈ? ਕੀਬੋਰਡ ਦੇ ਵਾਂਗੂ ਇਸ ਦਾ ਹੈ ਮੁੱਖ ਅੰਗ ਮੋਨੀਟਰ। ਬੰਦੇ ਦੇ ਕੰਮ ਕਰੇ ਅਨੇਕਾਂ, ਕੀ ਘਰ ਤੇ ਕੀ ਦਫ਼ਤਰ। ਤਾਂ ਇਸ ਦਾ ਉੱਤਰ ਕੀ ਹੋਵੇਗਾ ਬੱਚਿਓ? ਬਿਲਕੁਲ ਠੀਕ। ਇਸ ਦਾ ਉੱਤਰ ਅਸੀਂ ਲਿਖਾਂਗੇ ਇਸ ਮਸ਼ੀਨ ਦੀ ਵਰਤੋਂ ਘਰਾਂ ਤੇ ਦਫ਼ਤਰਾਂ ਵਿੱਚ ਕੀਤੀ ਜਾਂਦੀ ਹੈ। ਬੱਚਿਓ ਸਾਡਾ ਆਖਰੀ ਪ੍ਰਸ਼ਨ ਹੈ, ਅੱਜ ਕੱਲ ਇਸ ਮਸ਼ੀਨ ਨੂੰ ਸਿੱਖਣਾ ਕਿਉਂ ਜ਼ਰੂਰੀ ਹੋ ਗਿਆ ਹੈ? ਤੁਸੀਂ ਦੇਖਿਆ ਹੋਵੇਗਾ ਕਿ ਅੱਜ ਕੱਲ ਬਹੁਤ ਸਾਰੇ ਕੰਮ ਕੰਪਿਊਟਰ ਦੀ ਮਦਦ ਨਾਲ ਕੀਤੇ ਜਾਂਦੇ ਹਨ। ਤਾਂ ਇਸ ਨੂੰ ਸਿੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ। ਜਿਵੇਂ ਕਿ ਕਵਿਤਾ ਵਿੱਚ ਆਇਆ ਹੈ, ਅੱਜ ਕੱਲ ਤਾਂ ਇਹ ਸਿੱਖਣਾ ਇਸ ਨੂੰ ਹੋਇਆ ਬੜਾ ਜ਼ਰੂਰੀ, ਨਹੀਂ ਤਾਂ ਅੱਜ ਕੱਲ ਸਿੱਖਿਆ ਇਸ ਦੇ ਬਾਝੋਂ ਰਹੇ ਅਧੂਰੀ। ਤਾਂ ਇਸ ਦਾ ਉੱਤਰ ਅਸੀਂ ਲਿਖਾਂਗੇ ਕਿਉਂਕਿ ਕੰਪਿਊਟਰ ਸਿੱਖਣ ਤੋਂ ਬਗੈਰ ਸਾਡੀ ਸਿੱਖਿਆ ਅਧੂਰੀ ਹੈ। ਪਰ ਦੁਹਰਾਈ ਕਰਦੇ ਹਾਂ ਬੱਚਿਓ, ਦੀਪੀ ਨੇ ਕਿਹੜੀ ਮਸ਼ੀਨ ਦੀ ਬਾਤ ਪਾਈ? ਦੀਪੀ ਨੇ ਕੰਪਿਊਟਰ ਮਸ਼ੀਨ ਦੀ ਬਾਤ ਪਾਈ। ਇਹ ਮਸ਼ੀਨ ਪਲਾਂ ਛਿੜਾਂ ਵਿੱਚ ਕੀ ਕਰਦੀ ਹੈ? ਇਹ ਮਸ਼ੀਨ ਜੋੜ ਘਟਾ ਗੁਣਾ ਅਤੇ ਵੰਡ ਨੂੰ ਪਲਾਂ ਛਿੜਾਂ ਵਿੱਚ ਕਰਦੀ ਹੈ। ਘੱਟਾ ਤੇ ਬਰਸਾਤ ਹੋਣ ਕਾਰਨ ਮਸ਼ੀਨ ਨੂੰ ਕੀ ਹੁੰਦਾ ਹੈ? ਘੱਟਾ ਤੇ ਬਰਸਾਤ ਹੋਣ ਕਾਰਨ ਮਸ਼ੀਨ ਖਰਾਬ ਹੋ ਜਾਂਦੀ ਹੈ। ਇਹ ਮਸ਼ੀਨ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਹੈ? ਇਸ ਮਸ਼ੀਨ ਦੀ ਵਰਤੋਂ ਘਰਾਂ ਤੇ ਦਫ਼ਤਰਾਂ ਵਿੱਚ ਕੀਤੀ ਜਾਂਦੀ ਹੈ। ਅੱਜ ਕੱਲ ਇਸ ਮਸ਼ੀਨ ਨੂੰ ਸਿੱਖਣਾ ਕਿਉਂ ਜ਼ਰੂਰੀ ਹੋ ਗਿਆ ਹੈ? ਕਿਉਂਕਿ ਕੰਪਿਊਟਰ ਸਿੱਖਣ ਤੋਂ ਬਗੈਰ ਸਾਡੀ ਸਿੱਖਿਆ ਅਧੂਰੀ ਹੈ। ਤਾਂ ਪਿਆਰੇ ਬੱਚਿਓ, ਇਹਨਾਂ 5 ਪ੍ਰਸ਼ਨਾਂ ਨੂੰ ਤੁਸੀਂ ਆਪਣੀ ਪੁਸਤਕ ਤੇ ਪੇਜ ਨੰਬਰ 45 ਅਤੇ 46 ਤੇ ਲਿਖਣਾ ਹੈ, ਉਹ ਵੀ ਬਹੁਤ ਸੁੰਦਰ ਲਿਖਾਈ ਦੇ ਵਿੱਚ। ਧੰਨਵਾਦ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਗੁਣਾ ਦੇ ਗੁਣ ਦੀ ਵਰਤੋਂ ਕਰਦੇ ਹੋਏ ਸਵਾਲ ਹੱਲ ਕਰਨੇ ਸਿੱਖਾਂਗੇ। ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ। ਬੱਚਿਓ, ਇੱਥੇ ਮੇਰੇ ਕੋਲੇ 4 ਖੜਵੀਆਂ ਪੱਟੀਆਂ ਹਨ। ਹੁਣ ਮੈਂ ਇਹਨਾਂ ਉੱਪਰ ਇੱਕ ਲੇਟਵੀਂ ਪੱਟੀ ਰੱਖ ਦਿੰਨੀ ਹਾਂ। ਤਾਂ ਦੇਖੋ ਬੱਚਿਓ, ਇਸ ਲੇਟਵੀਂ ਪੱਟੀ ਨੇ ਇਹਨਾਂ 4 ਖੜਵੀਆਂ ਪੱਟੀਆਂ ਨੂੰ ਕਿੰਨੀ ਜਗ੍ਹਾ ਤੇ ਕੱਟਿਆ, ਭਾਵ ਸਾਨੂੰ ਕਿੰਨੇ ਕਾਟ ਬਿੰਦੂ ਪ੍ਰਾਪਤ ਹੋਏ। ਚਲੋ ਗਿਣੀਏ, 1 2 3 4, 4 ਕਾਟ ਬਿੰਦੂ। ਇਸ ਦਾ ਮਤਲਬ ਹੈ ਬੱਚਿਓ 4 ਗੁਣਾ 1 ਬਰਾਬਰ 4। ਤਾਂ ਚਲੋ ਇੱਕ ਹੋਰ ਉਦਾਹਰਣ ਲੈਂਦੇ ਹਾਂ। ਬੱਚਿਓ, ਇੱਥੇ ਮੇਰੇ ਕੋਲ ਕੁਝ ਗਮਲੇ ਹਨ। ਗਿਣੀਏ ਕਿੰਨੇ ਹਨ? 1 2 3 4 5 6। ਮੇਰੇ ਕੋਲ 6 ਗਮਲੇ ਹਨ। ਹਰ ਇੱਕ ਗਮਲੇ ਵਿੱਚ ਇੱਕ ਫੁੱਲ ਲੱਗਿਆ ਹੋਇਆ ਹੈ। ਤਾਂ ਬੱਚਿਓ, 6 ਗਮਲਿਆਂ ਵਿੱਚ ਇੱਕ ਫੁੱਲ ਭਾਵ 6 ਫੁੱਲ। ਜਦੋਂ ਵੀ ਅਸੀਂ 6 ਨੂੰ 1 ਨਾਲ ਗੁਣਾ ਕਰਾਂਗੇ ਤਾਂ ਸਾਨੂੰ ਉੱਤਰ 6 ਮਿਲੇਗਾ। ਇਸ ਦਾ ਮਤਲਬ ਹੈ ਕਿਸੇ ਵੀ ਸੰਖਿਆ ਨੂੰ 1 ਨਾਲ ਗੁਣਾ ਕਰਨ ਤੇ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ। ਬੱਚਿਓ, ਸੰਖਿਆ ਭਾਵੇਂ ਛੋਟੀ ਹੋਵੇ ਜਾਂ ਵੱਡੀ, 1 ਨਾਲ ਗੁਣਾ ਕਰਨ ਤੇ ਉੱਤਰ ਉਹੀ ਸੰਖਿਆ ਆਵੇਗੀ। ਤਾਂ ਚਲੋ ਹੁਣ ਤੁਸੀਂ ਮੈਨੂੰ ਦੱਸੋ ਕਿ 798 ਨੂੰ ਅਸੀਂ ਕਿਹੜੀ ਸੰਖਿਆ ਨਾਲ ਗੁਣਾ ਕਰਾਂਗੇ ਕਿ ਉੱਤਰ ਵੀ ਸਾਨੂੰ 798 ਹੀ ਪ੍ਰਾਪਤ ਹੋਵੇ? ਹਾਂਜੀ, ਸ਼ਾਬਾਸ਼, 1 ਨਾਲ, ਕਿਉਂਕਿ 1 ਨਾਲ ਗੁਣਾ ਕਰਨ ਤੇ ਹੀ ਸਾਨੂੰ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ। ਬੱਚਿਓ, ਹੁਣ ਮੈਂ ਇਸ ਲੇਟਵੀਂ ਪੱਟੀ ਨੂੰ ਇਹਨਾਂ 4 ਖੜਵੀਆਂ ਪੱਟੀਆਂ ਤੋਂ ਚੁੱਕ ਲਿਆ। ਤਾਂ ਹੁਣ ਮੈਨੂੰ ਦੱਸੋ ਇੱਥੇ ਕਿੰਨੇ ਕਾਟ ਬਿੰਦੂ ਹਨ? ਇੱਥੇ ਤਾਂ ਕੋਈ ਕਾਟ ਬਿੰਦੂ ਨਹੀਂ ਹੈ, ਭਾਵ 0 ਕਾਟ ਬਿੰਦੂ। ਤਾਂ ਬੱਚਿਓ, 4 ਗੁਣਾ 0 ਬਰਾਬਰ 0। ਤਾਂ ਚਲੋ ਅਸੀਂ ਇੱਕ ਹੋਰ ਉਦਾਹਰਣ ਲਈਏ। ਤਾਂ ਬੱਚਿਓ, ਹੁਣ ਮੈਂ ਇਹਨਾਂ 6 ਗਮਲਿਆਂ ਵਿੱਚੋਂ ਫੁੱਲ
ਕੱਢ ਲੈਂਦੀ ਹਾਂ। ਤਾਂ ਦੱਸੋ ਬੱਚਿਓ, ਮੇਰੇ ਕੋਲ ਇੱਥੇ 6 ਗਮਲਿਆਂ ਵਿੱਚ ਕਿੰਨੇ ਫੁੱਲ ਹਨ? ਮੇਰੇ ਕੋਲ ਤਾਂ ਕੋਈ ਫੁੱਲ ਨਹੀਂ ਹੈ, ਭਾਵ 0 ਫੁੱਲ। ਤਾਂ ਬੱਚਿਓ 6 ਗੁਣਾ 0 ਬਰਾਬਰ 0। ਜਦੋਂ ਵੀ ਅਸੀਂ ਕਿਸੇ ਸੰਖਿਆ ਨੂੰ 0 ਨਾਲ ਗੁਣਾ ਕਰਦੇ ਹਾਂ ਤਾਂ ਸਾਨੂੰ ਉੱਤਰ ਵੀ 0 ਹੀ ਪ੍ਰਾਪਤ ਹੁੰਦਾ ਹੈ। ਸੰਖਿਆ ਭਾਵੇਂ ਛੋਟੀ ਹੋਵੇ ਜਾਂ ਵੱਡੀ, 0 ਨਾਲ ਗੁਣਾ ਕਰਨ ਤੇ ਉੱਤਰ 0 ਹੀ ਆਵੇਗਾ। ਹਾਂਜੀ ਬੱਚਿਓ, ਜੇਕਰ ਅਸੀਂ 190 ਨੂੰ 0 ਨਾਲ ਗੁਣਾ ਕਰਾਂਗੇ ਤਾਂ ਉੱਤਰ ਕੀ ਆਵੇਗਾ? ਹਾਂਜੀ, ਵੈਰੀ ਗੁੱਡ, 0। ਤਾਂ ਚਲੋ ਹੁਣ ਤੁਸੀਂ ਮੈਨੂੰ ਦੱਸੋ ਕਿ 791 ਨੂੰ ਕਿਹੜੀ ਸੰਖਿਆ ਨਾਲ ਗੁਣਾ ਕਰੀਏ ਕਿ ਉੱਤਰ 0 ਆਵੇ? ਹਾਂਜੀ, ਸ਼ਾਬਾਸ਼, 0 ਨਾਲ। ਕਿਉਂਕਿ ਬੱਚਿਓ, ਕਿਸੇ ਵੀ ਸੰਖਿਆ ਨੂੰ ਅਸੀਂ ਜਦੋਂ 0 ਨਾਲ ਗੁਣਾ ਕਰਦੇ ਹਾਂ ਤਾਂ ਸਾਨੂੰ ਉੱਤਰ 0 ਮਿਲਦਾ ਹੈ। ਜੇਕਰ 0 ਨਾਲ ਵੀ ਅਸੀਂ ਕਿਸੇ ਸੰਖਿਆ ਨੂੰ ਗੁਣਾ ਕਰਾਂਗੇ ਤਾਂ ਵੀ ਸਾਨੂੰ ਉੱਤਰ 0 ਹੀ ਪ੍ਰਾਪਤ ਹੋਵੇਗਾ। ਬੱਚਿਓ, ਖੱਬੇ ਪਾਸੇ ਮੇਰੇ ਕੋਲੇ 8 ਖੜਵੀਆਂ ਪੱਟੀਆਂ ਹਨ, ਜਿਨ੍ਹਾਂ ਨੂੰ 9 ਲੇਟਵੀਆਂ ਪੱਟੀਆਂ ਕੱਟ ਰਹੀਆਂ ਹਨ। ਤਾਂ ਚਲੋ ਅਸੀਂ ਗਿਣੀਏ ਸਾਨੂੰ ਕਿੰਨੇ ਕਾਟ ਬਿੰਦੂ ਪ੍ਰਾਪਤ ਹੋ ਰਹੇ ਹਨ। 1 2 3 4 5 6 7 8। ਇੱਕ ਲੇਟਵੀਂ ਦੀ ਪੱਟੀ ਦੇ ਉੱਪਰ 8 ਕਾਟ ਬਿੰਦੂ। ਇਸੇ ਤਰ੍ਹਾਂ ਬੇਟਾ ਇਹਨਾਂ 9 ਲੇਟਵੀਆਂ ਪੱਟੀਆਂ ਉੱਪਰ ਵੀ ਸਾਡੇ ਕੋਲ 8 ਕਾਟ ਬਿੰਦੂ ਹਨ। ਤਾਂ ਚਲੋ ਗਿਣੀਏ। 8 ਤੋਂ ਬਾਅਦ 9 10 11 12 13 14 15 16। 16 ਕਾਟ ਬਿੰਦੂਆਂ ਤੋਂ ਬਾਅਦ ਅੱਗੇ 8 ਹੋਰ, ਕਿੰਨੇ ਹੋ ਗਏ? 24। 24 ਤੋਂ ਬਾਅਦ 8 ਹੋਰ 32। 32 ਤੋਂ ਬਾਅਦ 8 ਹੋਰ 40। 40 ਤੋਂ ਬਾਅਦ 8 ਹੋਰ ਕਾਟ ਬਿੰਦੂ 48। 48 ਤੋਂ ਬਾਅਦ 8 ਹੋਰ 56। 56 ਤੋਂ ਬਾਅਦ 64 ਤੇ 64 ਤੋਂ ਬਾਅਦ 8 ਹੋਰ ਕਾਟ ਬਿੰਦੂ, ਕਿੰਨੇ ਹੋ ਗਏ? 72। ਬੱਚਿਓ, 8 ਗੁਣਾ 9 ਬਰਾਬਰ ਕਿੰਨਾ ਹੋ ਗਿਆ? 72। ਹੁਣ ਸੱਜੇ ਪਾਸੇ ਮੇਰੇ ਕੋਲ 9 ਖੜਵੀਆਂ ਪੱਟੀਆਂ ਹਨ, ਜਿਨ੍ਹਾਂ ਨੂੰ 8 ਲੇਟਵੀਆਂ ਪੱਟੀਆਂ ਕੱਟ ਰਹੀਆਂ ਹਨ। ਤੇ ਚਲੋ ਅਸੀਂ ਹੁਣ ਇਹਨਾਂ ਦੇ ਕਾਟ ਬਿੰਦੂ ਗਿਣਦੇ ਹਾਂ। 1 2 3 4 5 6 7 8 9। ਇੱਕ ਲੇਟਵੀਂ ਪੱਟੀ ਉੱਤੇ 9 ਕਾਟ ਬਿੰਦੂ, ਅਗਲੀ ਲੇਟਵੀਂ ਪੱਟੀ ਉੱਤੇ ਵੀ 9 ਕਾਟ ਬਿੰਦੂ। ਇਸੇ ਤਰ੍ਹਾਂ ਬੇਟਾ ਇਹਨਾਂ 8 ਲੇਟਵੀਆਂ ਪੱਟੀਆਂ ਉੱਪਰ ਵੀ ਸਾਡੇ ਕੋਲ 9 ਕਾਟ ਬਿੰਦੂ ਹਨ। ਤਾਂ ਚਲੋ ਗਿਣੀਏ। 9 ਤੇ 9 18। 18 ਤੇ 9 27। 27 ਤੇ 9 36। 36 ਤੇ 9 ਹੋਰ 45। 45 ਤੇ 9 54। 54 ਤੇ 9 ਹੋਰ ਕਾਟ ਬਿੰਦੂ 63। 63 ਤੋਂ ਬਾਅਦ 9 ਕਾਟ ਬਿੰਦੂ ਹੋਰ, ਕਿੰਨੇ ਹੋ ਗਏ? 72। ਤਾਂ ਬੱਚਿਓ 9 ਗੁਣਾ 8 ਵੀ ਬਰਾਬਰ ਹੈ 72 ਦੇ। ਤਾਂ ਇਸ ਦਾ ਮਤਲਬ ਹੈ ਬੱਚਿਓ, ਗੁਣਾ ਦੀਆਂ ਰਕਮਾਂ ਦੀ ਤਰਤੀਬ ਬਦਲਣ ਤੇ ਗੁਣਨਫਲ ਉਹੀ ਰਹਿੰਦਾ ਹੈ। ਇੱਥੇ ਦੇਖੋ 8 ਭਾਵੇਂ ਅੱਗੇ ਹੈ ਭਾਵੇਂ ਪਿੱਛੇ, 9 ਭਾਵੇਂ ਪਿੱਛੇ ਹੈ ਭਾਵੇਂ ਅੱਗੇ, ਪਰ ਇਹਨਾਂ ਦਾ ਉੱਤਰ ਬਰਾਬਰ ਹੈ। 8 ਗੁਣਾ 9 ਵੀ ਬਰਾਬਰ ਹੈ 9 ਗੁਣਾ 8 ਦੇ। ਜਿਉ ਹੁਣ ਤੁਸੀਂ ਗੁਣਾ ਦੇ ਗੁਣ ਦੀ ਵਰਤੋਂ ਕਰਦੇ ਹੋਏ ਸਵਾਲਾਂ ਨੂੰ ਹੱਲ ਕਰਨਾ ਸਿੱਖ ਚੁੱਕੇ ਹੋ ਤੇ ਹੁਣ ਵਾਰੀ ਹੈ ਘਰ ਦੇ ਕੰਮ ਦੀ। ਘਰ ਦੇ ਕੰਮ ਵਿੱਚ ਬੱਚਿਓ ਤੁਸੀਂ ਅਭਿਆਸ 2.5 ਦੇ ਪੰਨਾ ਨੰਬਰ 58 ਤੇ ਪਹਿਲੇ ਸਵਾਲ ਦੇ ਇਹ ਸਾਰੇ ਭਾਗ ਹੱਲ ਕਰਨੇ ਹਨ। ਧੰਨਵਾਦ। Hello dear students, look here, lesson number 3, safety rules. Students, today we will discuss this picture. We will write down the words for this picture. So, be ready with your notebooks and pencils. Right? It is given on page number 23. So, open your books at page number 23. Let's start. Students, look at the picture carefully and tell me, what do you see in this picture? Yes? A boy and a girl. So write down boy
and girl. Very easy. B-O-Y, boy. G-I-R-L, girl. Now students, tell me, what else do you see? Look here. Traffic lights. Okay, so write down the next word. Traffic lights. Traffic with double F. Lights with S. Students, keep on writing. Now, look here. What do you see here? What is it? Yes, it's a road. So write down the next word. Road. R-O-A-D. Road. Students, write down carefully. Road. And students, what about this? What is it? Yes, it's a zebra crossing. Now write down the next word. Zebra crossing. Zebra, cross with double S. I-N-G, ing. Crossing. Zebra crossing. Students, keep writing side by side. Now tell me, what else do you see? Look here. What is it? Yes, it's a building. So write down the next word. Building. Build with ing. Building. Just like crossing. ing. Crossing. ing. Building. Now students, look here. What is it? Yes, it's a park. So write down the last word. Park. P-A-R-K. Park. Dear students, let's revise all the words once again. Boy, girl, traffic lights, road, zebra crossing, building, and park. Okay students, now it's time for your homework. Dear students, your homework is to learn all these words. Okay, so give your best and have a nice day ahead. ਪਿਆਰੇ ਬੱਚਿਓ, ਤੁਸੀਂ ਵਾਤਾਵਰਣ ਸਿੱਖਿਆ ਦਾ ਪਾਠ 8 ਰੰਗ ਬਰੰਗੇ ਫੁੱਲ ਪੜ੍ਹ ਚੁੱਕੇ ਹੋ। ਉਸ ਬਾਰੇ ਜਾਣਕਾਰੀ ਵੀ ਹਾਸਿਲ ਕਰ ਚੁੱਕੇ ਹੋ। ਬੱਚਿਓ, ਅੱਜ ਅਸੀਂ ਉਸ ਪਾਠ ਨਾਲ ਸੰਬੰਧੀ ਕੁਝ ਯਾਦ ਰੱਖਣ ਯੋਗ ਗੱਲਾਂ, ਖਾਲੀ ਥਾਵਾਂ ਭਰੋ ਅਤੇ ਸਹੀ ਗਲਤ ਦਾ ਨਿਸ਼ਾਨ ਲਗਾਓ ਕਰਾਂਗੇ। ਬੱਚਿਓ, ਤੁਸੀਂ ਕਾਪੀ ਪੈਨ ਲੈ ਕੇ ਬੈਠਣਾ ਹੈ ਤੇ ਨਾਲ ਦੀ ਨਾਲ ਨੋਟ ਕਰਦੇ ਜਾਣਾ ਹੈ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਯਾਦ ਰੱਖਣ ਯੋਗ ਗੱਲਾਂ। ਪਹਿਲਾ ਹੈ ਬਰੋਕਲੀ ਅਤੇ ਗੋਭੀ ਫੁੱਲ ਹਨ। ਹਾਂਜੀ ਬੱਚਿਓ, ਇਹ ਹੈ ਬਰੋਕਲੀ ਦਾ ਫੁੱਲ ਅਤੇ ਗੋਭੀ ਦਾ ਫੁੱਲ ਦਿਖਾਈ ਦੇ ਰਿਹਾ ਹੈ। ਅਗਲਾ ਹੈ ਫੁੱਲਾਂ ਤੋਂ ਇਤਰ, ਖੁਸ਼ਬੂਦਾਰ ਤੇਲ, ਰੰਗ ਆਦਿ ਤਿਆਰ ਕੀਤੇ ਜਾਂਦੇ ਹਨ। ਬੱਚਿਓ, ਫੁੱਲਾਂ ਤੋਂ ਸੈਂਟ, ਤੇਲ, ਰੰਗ ਆਦਿ ਤਿਆਰ ਕੀਤੇ ਜਾਂਦੇ ਹਨ। ਅੱਗੇ ਹੈ ਫੁੱਲ ਰੁੱਤ ਅਨੁਸਾਰ ਖਿੜਦੇ ਹਨ। ਬੱਚਿਓ, ਸਰਦੀ ਦੇ ਮੌਸਮ ਦੇ ਫੁੱਲ ਡੇਲੀਆ, ਪੈਜ਼ੀ, ਤਾਰਾ। ਇਸੇ ਤਰ੍ਹਾਂ ਸਾਰਾ ਸਾਲ ਜੋ ਫੁੱਲ ਖਿੜਦੇ ਹਨ, ਮੋਤੀਆ, ਸਦਾਬਹਾਰ। ਗਰਮੀ ਦੇ ਮੌਸਮ ਦੇ ਫੁੱਲ ਲਿੱਲੀ, ਕੁੱਕੜ ਕਲਗੀ, ਜ਼ੀਨੀਆ। ਅੱਗੇ ਹੈ ਬੱਚਿਓ, ਕੁਝ ਫੁੱਲ ਪੌਦਿਆਂ ਨੂੰ, ਕੁਝ ਰੁੱਖਾਂ ਨੂੰ ਅਤੇ ਕੁਝ ਬੇਲਾਂ ਨੂੰ ਲੱਗਦੇ ਹਨ। ਪੌਦਿਆਂ ਨੂੰ ਬੱਚਿਓ ਜੋ ਫੁੱਲ ਲੱਗਦੇ ਹਨ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ। ਰੁੱਖਾਂ ਨੂੰ ਲੱਗਦੇ ਫੁੱਲ ਜੋ ਕਿ ਤਸਵੀਰ ਦਿਖਾਈ ਦੇ ਰਹੀ ਹੈ। ਇਸੇ ਤਰ੍ਹਾਂ ਕੁਝ ਫੁੱਲ ਬੇਲਾਂ ਨੂੰ ਲੱਗਦੇ ਹਨ। ਅੱਗੇ ਬੱਚਿਓ ਅਸੀਂ ਕਰਾਂਗੇ ਖਾਲੀ ਥਾਵਾਂ ਭਰੋ। ਹਾਂਜੀ, ਖਾਲੀ ਥਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਖਾਲੀ ਥਾਂ ਹੈ ਗੁਲਕੰਦ ਡੈਸ਼ ਦੇ ਫੁੱਲ ਤੋਂ ਬਣਦੀ ਹੈ। ਹਾਂਜੀ ਬੱਚਿਓ, ਤਸਵੀਰ ਦੇਖ ਕੇ ਜਰਾ ਦੱਸੋਗੇ ਗੁਲਕੰਦ ਕਿਸ ਦੇ ਫੁੱਲ ਤੋਂ ਬਣਦੀ ਹੈ? ਹਾਂਜੀ, ਬਿਲਕੁਲ ਸਹੀ ਬੱਚਿਓ, ਗੁਲਕੰਦ ਜੋ ਹੈ ਉਹ ਗੁਲਾਬ ਦੇ ਫੁੱਲ ਤੋਂ ਬਣਦੀ ਹੈ। ਇਸ ਖਾਲੀ ਥਾਂ ਵਿੱਚ ਆਵੇਗਾ ਗੁਲਾਬ। ਅੱਗੇ ਹੈ ਬੱਚਿਓ, ਡੈਸ਼ ਦੇ ਫੁੱਲਾਂ ਤੋਂ ਪਕੌੜੇ ਵੀ ਬਣਦੇ ਹਨ। ਬੱਚਿਓ, ਤੁਸੀਂ ਪਾਠ ਵਿੱਚ ਪੜ੍ਹ ਚੁੱਕੇ ਹੋ ਸੁਹਾਜਨੇ ਦੇ ਫੁੱਲਾਂ ਤੋਂ ਪਕੌੜੇ ਬਣਦੇ ਹਨ। ਇਸ ਖਾਲੀ ਥਾਂ 'ਚ ਆਵੇਗਾ ਸੁਹਾਜਨੇ। ਅੱਗੇ ਹੈ ਬੱਚਿਓ, ਕੁਝ ਡੈਸ਼ ਤਾਂ ਕੇਵਲ ਰਾਤ ਵੇਲੇ ਹੀ ਖਿੜਦੇ ਹਨ। ਹਾਂਜੀ ਬੱਚਿਓ, ਕੀ ਆਵੇਗਾ ਖਾਲੀ ਥਾਂ 'ਚ? ਬਿਲਕੁਲ ਸਹੀ, ਕੁਝ ਫੁੱਲ।
ਅੱਗੇ ਬੱਚਿਓ ਹੈ ਸ਼ਹਿਦ ਦੀਆਂ ਮੱਖੀਆਂ ਤੇ ਤਿਤਲੀਆਂ ਫੁੱਲਾਂ ਤੋਂ ਟੈਸਟ ਚੂਸਦੀਆਂ ਹਨ। ਹਾਂਜੀ, ਕੀ ਚੂਸਦੀਆਂ ਹਨ? ਬਿਲਕੁਲ ਸਹੀ ਬੱਚਿਓ, ਰਸ ਚੂਸਦੀਆਂ ਹਨ, ਜੋ ਕਿ ਤਸਵੀਰ 'ਚ ਦਿਖਾਈ ਦੇ ਰਿਹਾ ਹੈ। ਅੱਗੇ ਅਸੀਂ ਕਰਾਂਗੇ ਸਹੀ ਵਾਕ ਅੱਗੇ ਸਹੀ ਅਤੇ ਗਲਤ ਵਾਕ ਅੱਗੇ ਗਲਤ ਦਾ ਨਿਸ਼ਾਨ ਲਗਾਓ। ਕਚਨਾਰ ਅਤੇ ਕੇਲੇ ਦੇ ਫੁੱਲਾਂ ਤੋਂ ਸਬਜ਼ੀ ਵੀ ਬਣਦੀ ਹੈ। ਹਾਂਜੀ ਬੱਚਿਓ, ਬਿਲਕੁਲ ਸਹੀ ਹੈ, ਇਸ ਲਈ ਇਸ ਅੱਗੇ ਅਸੀਂ ਸਹੀ ਦਾ ਨਿਸ਼ਾਨ ਲਗਾ ਦਿਆਂਗੇ। ਚਮੇਲੀ ਅਤੇ ਲਵੈਂਡਰ ਦੇ ਫੁੱਲਾਂ ਤੋਂ ਖੁਸ਼ਬੂਦਾਰ ਤੇਲ ਤਿਆਰ ਕੀਤਾ ਜਾਂਦਾ ਹੈ। ਇਹ ਵੀ ਸਹੀ ਹੈ, ਇਸ ਅੱਗੇ ਵੀ ਅਸੀਂ ਸਹੀ ਦਾ ਨਿਸ਼ਾਨ ਲਗਾ ਦਿਆਂਗੇ। ਫੁੱਲ ਹਮੇਸ਼ਾ ਹੀ ਖਿੜੇ ਰਹਿੰਦੇ ਹਨ, ਜੋ ਕਿ ਗਲਤ ਹੈ। ਇਸ ਅੱਗੇ ਅਸੀਂ ਗਲਤ ਦਾ ਨਿਸ਼ਾਨ ਲਗਾ ਦਿਆਂਗੇ। ਗੇਂਦੇ ਦਾ ਫੁੱਲ ਪਾਣੀ ਵਿੱਚ ਖਿੜਦਾ ਹੈ, ਜੋ ਕਿ ਗਲਤ ਹੈ। ਇਸ ਅੱਗੇ ਵੀ ਅਸੀਂ ਗਲਤ ਦਾ ਨਿਸ਼ਾਨ ਲਗਾ ਦਿਆਂਗੇ। ਹਾਂਜੀ ਬੱਚਿਓ, ਅੱਗੇ ਆ ਗਈ ਸਾਡੇ ਘਰ ਦੇ ਕੰਮ ਦੀ ਵਾਰੀ। ਬੱਚਿਓ, ਤੁਸੀਂ ਆਪਣੇ ਪਾਠ ਪੁਸਤਕ ਦੇ ਪੰਨਾ ਨੰਬਰ 53 ਤੇ ਖਾਲੀ ਥਾਵਾਂ ਅਤੇ ਸਹੀ ਗਲਤ ਸੁੰਦਰ ਕਰਨੇ ਹਨ ਅਤੇ ਯਾਦ ਰੱਖਣ ਜੋ ਗੱਲਾਂ ਯਾਦ ਕਰਨੀਆਂ ਹਨ। ਪਿਆਰੇ ਬੱਚਿਓ, ਤੁਸੀਂ ਛੱਤਬੀੜ ਚਿੜੀਆ ਘਰ ਦੀ ਸੈਰ ਤਾਂ ਕਰ ਲਈ ਹੈ, ਕਵਿਤਾ ਨੂੰ ਸਮਝ ਵੀ ਲਿਆ ਹੈ। ਆਓ ਹੁਣ ਆਪਾਂ ਇਸ ਕਵਿਤਾ ਵਿੱਚ ਆਏ ਔਖੇ ਸ਼ਬਦਾਂ ਬਾਰੇ ਜਾਣੀਏ। ਸ਼ਬਦ ਛੱਤਬੀੜ। ਅਰਥ ਛੱਤ ਇੱਕ ਪਿੰਡ ਦਾ ਨਾਂ ਹੈ। ਇਸ ਪਿੰਡ ਦੇ ਬਾਹਰ ਇੱਕ ਬੀੜ ਹੈ। ਇੱਥੇ ਚਿੜੀਆ ਘਰ ਹੈ। ਇਸ ਨੂੰ ਛੱਤਬੀੜ ਚਿੜੀਆ ਘਰ ਕਿਹਾ ਜਾਂਦਾ ਹੈ। ਅਗਲਾ ਸ਼ਬਦ ਰੱਖ। ਅਰਥ ਛੋਟਾ ਜਿਹਾ ਜੰਗਲ, ਜਿੱਥੇ ਜੰਗਲੀ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ। ਉਸ ਨੂੰ ਰੱਖ ਕਹਿੰਦੇ ਹਨ। ਅਗਲਾ ਸ਼ਬਦ ਆਨੰਦ। ਅਰਥ ਖੁਸ਼ੀ। ਚਿੜੀਆ ਘਰ ਵਿੱਚ ਚਿੱਟੇ ਮੋਰਾਂ ਨੂੰ ਪੈਲ ਪਾਉਂਦਾ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ। ਅਗਲਾ ਸ਼ਬਦ ਵਣਮਾਨਸ। ਅਰਥ ਮਨੁੱਖ ਦੀ ਸ਼ਕਲ ਵਰਗਾ ਇੱਕ ਜੰਗਲੀ ਜਾਨਵਰ। ਅਗਲਾ ਸ਼ਬਦ ਡਾਰ। ਇਕੱਠੇ ਹੋ ਕੇ ਕਤਾਰ ਵਿੱਚ ਉੱਡਦੇ ਪੰਛੀ। ਪਿਆਰੇ ਬੱਚਿਓ, ਤੁਸੀਂ ਅਸਮਾਨ ਵਿੱਚ ਬਹੁਤ ਸਾਰੇ ਉੱਡਦੇ ਪੰਛੀਆਂ ਨੂੰ ਦੇਖਿਆ ਹੋਣਾ ਹੈ। ਜਦੋਂ ਉਹ ਪੰਛੀ ਇੱਕੋ ਕਤਾਰ ਵਿੱਚ ਉੱਡਦੇ ਹਨ, ਉਸ ਨੂੰ ਡਾਰ ਕਹਿੰਦੇ ਹਨ। ਅਗਲਾ ਸ਼ਬਦ ਚੁੰਗੀਆਂ। ਅਰਥ ਹਿਰਨਾਂ ਦਾ ਛਲਾਂਗਾ ਮਾਰਨਾ। ਬੱਚਿਓ, ਹਿਰਨ ਛਲਾਂਗਾ ਬਹੁਤ ਮਾਰਦੇ ਹਨ ਅਤੇ ਇੱਕ ਦੂਜੇ ਤੋਂ ਅੱਗੇ ਲੰਘਦੇ ਹਨ। ਉਹਨਾਂ ਦੀਆਂ ਛਲਾਂਗਾਂ ਨੂੰ ਚੁੰਗੀਆਂ ਕਿਹਾ ਜਾਂਦਾ ਹੈ। ਅਗਲਾ ਸ਼ਬਦ ਛੰਭ। ਅਰਥ ਤਲਾਅ। ਪਿਆਰੇ ਬੱਚਿਓ, ਚਿੜੀਆ ਘਰ ਵਿੱਚ ਇੱਕ ਵੱਡਾ ਤਲਾਅ ਵੀ ਹੈ। ਉਸ ਵਿੱਚ ਬਹੁਤ ਸੋਹਣੀਆਂ ਬੱਤਕਾਂ ਤੈਰਦੀਆਂ ਹਨ। ਅਗਲਾ ਸ਼ਬਦ ਕਥਾ। ਇਸ ਬਾਰੇ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਹਾਂਜੀ, ਵੈਰੀ ਗੁੱਡ। ਇਸ ਦਾ ਅਰਥ ਹੈ ਕਹਾਣੀ। ਪਿਆਰੇ ਬੱਚਿਓ, ਜਿੰਨੇ ਵੀ ਸ਼ਬਦ ਅੱਜ ਆਪਾਂ ਕੀਤੇ ਹਨ, ਉਹਨਾਂ ਦੀ ਆਪਾਂ ਇੱਕ ਵਾਰੀ ਫਿਰ ਦੁਹਰਾਈ ਕਰਦੇ ਹਾਂ। ਛੱਤਬੀੜ ਚਿੜੀਆ ਘਰ। ਰੱਖ ਛੋਟਾ ਜਿਹਾ ਜੰਗਲ। ਆਨੰਦ ਖੁਸ਼ੀ। ਵਣਮਾਨਸ ਮਨੁੱਖ ਦੀ ਸ਼ਕਲ ਵਰਗਾ ਇੱਕ ਜੰਗਲੀ ਜਾਨਵਰ। ਡਾਰ ਪੰਛੀਆਂ ਦੀ ਕਤਾਰ। ਚੁੰਗੀਆਂ ਹਿਰਨਾਂ ਦਾ ਛਲਾਂਗਾ ਮਾਰਨਾ। ਛੰਭ ਤਲਾਅ। ਕਥਾ ਕਹਾਣੀ। ਪਿਆਰੇ ਬੱਚਿਓ, ਤੁਸੀਂ ਇਹਨਾਂ ਸ਼ਬਦਾਂ ਨੂੰ ਸੋਹਣਾ ਕਰਕੇ ਆਪਣੀ ਕਾਪੀ ਵਿੱਚ ਲਿਖਣਾ ਹੈ ਅਤੇ ਯਾਦ ਕਰਨਾ ਹੈ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਅੱਜ ਆਪਾਂ ਜਮਾਤ ਪੰਜਵੀਂ ਵਿਸ਼ਾ ਗਣਿਤ ਅਧਿਆਇ 2 ਦੇ ਅਭਿਆਸ 2.7 ਵਿੱਚ ਵੱਖ-ਵੱਖ ਤਰੀਕਿਆਂ ਨਾਲ ਭਾਗ ਕਰਨੇ ਸਿੱਖਾਂਗੇ। ਤੇ ਆਓ ਫਿਰ ਸਿੱਖੀਏ।
ਮੇਰੇ ਕੋਲ 452 ਰੁਪਏ ਹਨ। ਮੈਂ ਇਹਨਾਂ ਚਾਰਾਂ ਬੱਚਿਆਂ ਨੂੰ ਬਰਾਬਰ ਬਰਾਬਰ ਵੰਡਣੇ ਹਨ। ਬੱਚਿਓ, ਮੇਰੇ ਕੋਲ 100 ਰੁਪਏ ਦੇ 4 ਨੋਟ ਹਨ ਤਾਂ ਮੈਂ ਇਹਨਾਂ ਬੱਚਿਆਂ ਨੂੰ 100 ਰੁਪਏ ਦਿੰਦੀ ਹਾਂ। ਇਹਨਾਂ ਚਾਰਾਂ ਬੱਚਿਆਂ ਨੂੰ 100 ਰੁਪਏ ਦਿੱਤਾ ਹੈ ਤਾਂ ਕਿੰਨੇ ਰੁਪਏ ਵੰਡੇ ਗਏ ਬੱਚਿਓ? ਹਾਂਜੀ ਬੱਚਿਓ, ਸ਼ਾਬਾਸ਼, 400 ਰੁਪਏ ਵੰਡੇ ਗਏ ਅਤੇ ਮੇਰੇ ਕੋਲ 52 ਰੁਪਏ ਬਾਕੀ ਬਚੇ ਹਨ। ਬੱਚਿਓ, ਮੇਰੇ ਕੋਲ 50 ਰੁਪਏ ਦਾ ਇੱਕ ਨੋਟ ਹੈ। ਕੀ ਮੈਂ ਇਹਨਾਂ ਚਾਰਾਂ ਬੱਚਿਆਂ ਨੂੰ ਦੇ ਸਕਦੀ ਹਾਂ? ਨਹੀਂ ਦੇ ਸਕਦੀ। ਆਪਾਂ 50 ਰੁਪਏ ਦੇ ਇੱਕ ਨੋਟ ਦੇ ਬਦਲੇ 10-10 ਰੁਪਏ ਦੇ 5 ਨੋਟ ਲੈਂਦੇ ਹਾਂ। ਹੁਣ ਮੈਂ ਇਹਨਾਂ ਬੱਚਿਆਂ ਨੂੰ 10-10 ਰੁਪਏ ਦਿੰਦੀ ਹਾਂ। ਚਾਰਾਂ ਬੱਚਿਆਂ ਨੂੰ ਕਿੰਨੇ ਰੁਪਏ ਵੰਡੇ ਗਏ? 40 ਰੁਪਏ। ਤਾਂ ਮੇਰੇ ਕੋਲ 10 2 12 ਰੁਪਏ ਬਾਕੀ ਬਚੇ ਹਨ। ਹੁਣ ਮੈਂ 10 ਰੁਪਏ ਦੇ ਇੱਕ ਨੋਟ ਦੇ ਬਦਲੇ 2-2 ਰੁਪਏ ਦੇ 5 ਨੋਟ ਲੈਂਦੀ ਹਾਂ ਅਤੇ ਇਹਨਾਂ ਬੱਚਿਆਂ ਨੂੰ 2-2 ਰੁਪਏ ਦਿੰਦੀ ਹਾਂ। ਮੈਂ ਇਹਨਾਂ ਬੱਚਿਆਂ ਨੂੰ 8 ਰੁਪਏ ਹੋਰ ਵੰਡ ਦਿੱਤੇ ਹਨ ਤਾਂ ਮੇਰੇ ਕੋਲ ਬਾਕੀ ਕਿੰਨੇ ਰੁਪਏ ਬਚੇ ਹਨ? 2 ਅਤੇ 2 4 ਰੁਪਏ। 2 ਰੁਪਏ ਦੇ ਇੱਕ ਨੋਟ ਦੇ ਬਦਲੇ 1-1 ਰੁਪਏ ਦੇ 2 ਨੋਟ ਲੈਂਦੇ ਹਾਂ। ਹੁਣ ਮੇਰੇ ਕੋਲ 1-1 ਰੁਪਏ ਦੇ 4 ਨੋਟ ਹਨ। ਮੈਂ ਇਹਨਾਂ ਬੱਚਿਆਂ ਨੂੰ 1-1 ਰੁਪਇਆ ਦਿੰਦੀ ਹਾਂ। ਮੈਂ ਇਹਨਾਂ ਬੱਚਿਆਂ ਨੂੰ 1-1 ਰੁਪਇਆ ਦਿੱਤਾ ਹੈ, ਭਾਵ 4 ਰੁਪਏ ਵੰਡੇ ਹਨ ਤਾਂ ਮੇਰੇ ਕੋਲ ਬਾਕੀ ਕਿੰਨੇ ਰੁਪਏ ਬਚੇ ਹਨ? ਕੁਝ ਵੀ ਨਹੀਂ। ਤਾਂ ਆਪਾਂ ਦੇਖਦੇ ਹਾਂ ਹਰ ਇੱਕ ਬੱਚੇ ਨੂੰ 100 ਰੁਪਏ, 110 ਰੁਪਏ, 112 ਰੁਪਏ, 113 ਰੁਪਏ, ਹਰ ਇੱਕ ਬੱਚੇ ਨੂੰ 113 ਰੁਪਏ ਮਿਲੇ ਹਨ। ਚਲੋ ਆਓ ਹੁਣ ਬੱਚਿਓ ਇਸੇ ਵੰਡ ਨੂੰ ਆਪਾਂ ਲਿਖਣ ਦੇ ਰੂਪ ਵਿੱਚ ਦੇਖਦੇ ਹਾਂ। ਬੱਚਿਓ, ਪਹਿਲਾਂ ਮੈਂ ਇਹਨਾਂ ਬੱਚਿਆਂ ਨੂੰ 100 ਰੁਪਏ ਦਿੱਤੇ ਸਨ ਤਾਂ ਇਸ ਤਰ੍ਹਾਂ ਇਹਨਾਂ ਨੂੰ 400 ਰੁਪਏ ਵੰਡੇ ਗਏ ਤਾਂ ਬੱਚਿਓ ਮੇਰੇ ਕੋਲ ਕਿੰਨੇ ਰੁਪਏ ਬਾਕੀ ਬਚੇ ਸਨ? ਹਾਂਜੀ ਬੱਚਿਓ, ਸ਼ਾਬਾਸ਼, 52 ਰੁਪਏ। ਫਿਰ ਮੈਂ ਇਹਨਾਂ ਬੱਚਿਆਂ ਨੂੰ 10-10 ਰੁਪਏ ਦਿੱਤੇ ਸਨ ਤਾਂ ਕਿੰਨੇ ਰੁਪਏ ਵੰਡੇ ਗਏ ਬੱਚਿਓ? 40 ਰੁਪਏ। ਤਾਂ ਮੇਰੇ ਕੋਲ ਕਿੰਨੇ ਰੁਪਏ ਬਾਕੀ ਬਚੇ? ਹਾਂਜੀ ਬੱਚਿਓ, ਸ਼ਾਬਾਸ਼, 12 ਰੁਪਏ। ਫਿਰ ਮੈਂ ਇਹਨਾਂ ਬੱਚਿਆਂ ਨੂੰ 2-2 ਰੁਪਏ ਦਿੱਤੇ ਸਨ ਤਾਂ ਕਿੰਨੇ ਰੁਪਏ ਵੰਡੇ ਗਏ ਬੱਚਿਓ? ਹਾਂਜੀ, ਸ਼ਾਬਾਸ਼ ਬੱਚਿਓ, 8 ਰੁਪਏ। ਤਾਂ ਮੇਰੇ ਕੋਲ ਕਿੰਨੇ ਰੁਪਏ ਬਾਕੀ ਬਚੇ ਸਨ ਬੱਚਿਓ? 4 ਰੁਪਏ। ਮੈਂ ਇਹਨਾਂ ਬੱਚਿਆਂ ਨੂੰ 1-1 ਰੁਪਇਆ ਦਿੱਤਾ ਸੀ ਤਾਂ ਕਿੰਨੇ ਰੁਪਏ ਵੰਡੇ ਸਨ ਬੱਚਿਓ? 4 ਰੁਪਏ। ਤਾਂ ਇਸ ਤਰ੍ਹਾਂ ਮੇਰੇ ਕੋਲ ਕਿੰਨੇ ਰੁਪਏ ਬਾਕੀ ਬਚੇ ਸਨ ਬੱਚਿਓ? ਕੁਝ ਵੀ ਨਹੀਂ। ਇਸ ਤਰ੍ਹਾਂ ਆਪਾਂ 452 ਰੁਪਏ ਇਹਨਾਂ ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡ ਦਿੱਤੇ ਹਨ। ਇਸ ਤਰ੍ਹਾਂ ਬੱਚਿਓ ਹਰ ਇੱਕ ਬੱਚੇ ਨੂੰ 100 ਰੁਪਏ ਜੋੜ 10 ਰੁਪਏ ਜੋੜ 2 ਰੁਪਏ ਜੋੜ 1 ਰੁਪਇਆ ਭਾਵ 113 ਰੁਪਏ, ਹਰ ਇੱਕ ਬੱਚੇ ਨੂੰ 113 ਰੁਪਏ ਮਿਲੇ ਹਨ। ਆਓ ਬੱਚਿਓ ਇਸੇ ਵੰਡ ਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਸਿੱਖਦੇ ਹਾਂ। ਇੱਥੇ ਮੇਰੇ ਕੋਲ 452 ਭਾਵ 2 ਇਕਾਈਆਂ, 5 ਦਹਾਈਆਂ ਅਤੇ 4 ਸੈਂਕੜੇ ਹਨ। ਆਪਾਂ ਸਭ ਤੋਂ ਪਹਿਲਾਂ ਸੈਂਕੜੇ ਦੇ ਸਥਾਨ ਵਾਲਾ ਅੰਕ ਦੇਖਦੇ ਹਾਂ। ਇੱਥੇ ਆਪਣੇ ਕੋਲ ਸੈਂਕੜੇ ਦੇ ਸਥਾਨ ਤੇ 4 ਹੈ। ਤਾਂ ਬੱਚਿਓ ਤੁਸੀਂ ਪਿਛਲੇ ਅਧਿਆਏ ਵਿੱਚ ਗੁਣਾ ਕਰਨੀ ਸਿੱਖ ਚੁੱਕੇ ਹੋ। ਤੁਹਾਨੂੰ ਪਤਾ ਹੈ 4 ਗੁਣਾ 1 ਬਰਾਬਰ 4 ਹੁੰਦਾ ਹੈ। ਜਾਂ ਆਪਾਂ ਇੰਝ ਵੀ ਕਹਿ ਸਕਦੇ ਹਾਂ 4 ਦਾ ਪਹਾੜਾ 1 ਤੱਕ ਪੜ੍ਹਦੇ ਹਾਂ ਤਾਂ 4 ਏਕਮ 4 ਆਉਂਦਾ ਹੈ। ਤਾਂ ਹੁਣ ਬੱਚਿਓ ਆਪਾਂ ਇਹਨਾਂ ਦੋਨਾਂ ਨੂੰ ਘਟਾਓ ਕਰਦੇ ਹਾਂ ਤਾਂ 4 ਚੋਂ 4 ਘਟਾਈ ਬੱਚਿਓ 0 ਆ ਜਾਏਗਾ। ਤਾਂ ਇਸ ਤਰ੍ਹਾਂ ਬੱਚਿਓ ਆਪਾਂ ਉੱਪਰੋਂ 5 ਉਤਾਰਦੇ ਹਾਂ। ਹੁਣ ਆਪਣੇ ਕੋਲ ਇੱਥੇ 5 ਹੈ ਪਰ 4 ਦੇ ਪਹਾੜੇ ਵਿੱਚ ਤਾਂ 5 ਆਉਂਦਾ ਹੀ ਨਹੀਂ। ਇਸ ਲਈ ਬੱਚਿਓ ਤੁਹਾਨੂੰ ਪਤਾ ਹੈ 4 ਗੁਣਾ 1 ਬਰਾਬਰ 4 ਹੁੰਦਾ ਹੈ। ਆਪਾਂ 4 ਦਾ ਪਹਾੜਾ 1 ਤੱਕ ਪੜ੍ਹਦੇ ਹਾਂ। 4 ਏਕਮ 4। 5 ਵਿੱਚੋਂ 4 ਘਟਾਉਂਦੇ ਹਾਂ ਆਪਣੇ ਕੋਲ 1 ਆ ਜਾਏਗਾ। ਤੁਹਾਨੂੰ ਪਤਾ ਹੈ ਬੱਚਿਓ 4 ਨੂੰ 3 ਨਾਲ ਗੁਣਾ ਕਰਦੇ ਹਾਂ ਤਾਂ 12 ਆਉਂਦਾ ਹੈ ਭਾਵ ਆਪਾਂ 4 ਦਾ ਪਹਾੜਾ 3 ਤੱਕ ਪੜ੍ਹਦੇ ਹਾਂ। 4 ਤੀਆ 12। ਫਿਰ ਆਪਾਂ 12 ਵਿੱਚੋਂ 12 ਘਟਾਉਂਦੇ ਹਾਂ ਤਾਂ ਆਪਣੇ ਕੋਲ 0 ਬਾਕੀ ਆ ਜਾਏਗਾ। ਤਾਂ ਬੱਚਿਓ ਇਸ ਤਰ੍ਹਾਂ ਵੰਡਣ ਨਾਲ ਵੀ ਆਪਣੇ ਕੋਲ 1 ਸੈਂਕੜਾ, 1 ਦਹਾਈ ਅਤੇ 3 ਇਕਾਈਆਂ ਆਉਂਦੀਆਂ ਹਨ ਭਾਵ 113 ਆਉਂਦਾ ਹੈ। ਤਾਂ ਇਸ ਤਰ੍ਹਾਂ ਬੱਚਿਓ ਆਪਾਂ ਵੱਖ-ਵੱਖ ਤਰੀਕਿਆਂ ਨਾਲ ਬਰਾਬਰ ਬਰਾਬਰ ਵੰਡਣਾ ਸਿੱਖਿਆ ਹੈ। ਬਰਾਬਰ ਬਰਾਬਰ ਵੰਡਣਾ ਹੀ ਭਾਗ ਹੈ ਬੱਚਿਓ। ਦੇ ਕੰਮ ਵਿੱਚ ਬੱਚਿਓ ਤੁਸੀਂ ਅਭਿਆਸ 2.7 ਪੰਨਾ ਨੰਬਰ 46 ਹੱਲ ਕਰੋ ਵਿੱਚ ਡੀ ਸਵਾਲ ਇਹਨਾਂ ਤਰੀਕਿਆਂ ਨਾਲ ਕਾਪੀ ਦੇ ਉੱਪਰ ਹੱਲ ਕਰਨਾ ਹੈ। ਧੰਨਵਾਦ।
Hello dear students of class 5. Today we are going to do our next part of exercise, that is part D on page number 27. Punctuate the following sentences. Let's do the exercise part. As we already know different punctuation marks, our first sentence is, they can call Preet for help. As we know, first letter of the sentence must be capital. So we will write capital T of they can call. Here Preet is proper noun. So we will write Preet with capital P for help. And at the end of the sentence we will put full stop. They can call Preet for help. Next sentence. The boys played a match on Saturday. Here also sentence will start with capital letter. So we will write capital T of the word the. The boys played a match on Saturday, and the S of Saturday will be capital, and the end of the sentence we will put full stop. The boys played a match on Saturday. Next sentence. I have sweets, fruits and cookies at my home. So we will start this sentence with capital I have sweets. Here we have more than 2 items. So we will separate the item with comma. Fruits, and the third word cookies is already joined by and. At my home, and at the end we will put full stop. So the sentence will, I have sweets, fruits and cookies at my home. And the last sentence, what are you saying, Neelu? This sentence is a direct question. So we will start what with capital W. What are you saying? Here Neelu is proper noun. So we will write Neelu with capital N, Neelu. And at the end we will put question mark. That's all for today, and it's time for homework. Your homework is, write all these sentences on your notebooks. Keep on learning. Thank you. ਬੱਚਿਓ, ਅੱਜ ਅਸੀਂ ਪੜਾਂਗੇ ਪਾਠ ਨੰਬਰ 8 ਬੀਜ ਦਾ ਸਫ਼ਰ। ਖੇਤ ਵਿੱਚ ਗੰਨੇ ਦੀ ਬਿਜਾਈ ਹੋ ਰਹੀ ਸੀ। ਮਾਂ ਨੇ ਕਾਮਿਆਂ ਲਈ ਰੋਟੀ ਤਿਆਰ ਕਰ ਦਿੱਤੀ। ਮੈਂ ਅਤੇ ਮੇਰਾ ਭਤੀਜਾ ਸੁਖਮਨ ਰੋਟੀ ਲੈ ਕੇ ਖੇਤ ਪਹੁੰਚ ਗਏ। ਛੋਲਿਆਂ ਦੀ ਸਬਜ਼ੀ ਬਹੁਤ ਸਵਾਦ ਬਣੀ ਸੀ। ਕਾਮਿਆਂ ਨੇ ਅਤੇ ਸਭ ਨੇ ਰੱਜ ਕੇ ਰੋਟੀ ਖਾਧੀ ਅਤੇ ਕੁਝ ਚਿਰ ਆਰਾਮ ਲਈ ਬੈਠ ਗਏ। ਥੋੜ੍ਹੀ ਦੇਰ ਬਾਅਦ ਵੱਡੇ ਵੀਰ ਨੇ ਚਾਹ ਬਣਾ ਲਈ। ਸਭ ਨੇ ਚਾਹ ਪੀਤੀ ਅਤੇ ਬਿਜਾਈ ਦੁਬਾਰਾ ਸ਼ੁਰੂ ਹੋ ਗਈ। ਗੰਨੇ ਦੇ ਛੋਟੇ-ਛੋਟੇ ਟੁਕੜੇ ਜ਼ਮੀਨ ਵਿੱਚ ਦੱਬੇ ਜਾ ਰਹੇ ਸਨ। ਵੱਡਾ ਵੀਰ ਬਿਜਾਈ ਕੀਤੇ ਗੰਨਿਆਂ ਦੇ ਵਿਚਕਾਰ ਛੋਲਿਆਂ ਦੇ ਦਾਣੇ ਦੱਬ ਰਿਹਾ ਸੀ। ਸੁਖਮਨ ਇਹ ਦੇਖ ਕੇ ਬਹੁਤ ਹੈਰਾਨ ਹੋਇਆ। ਉਸਨੇ ਪੁੱਛਿਆ, ਛੋਲੇ ਤਾਂ ਖਾਣ ਲਈ ਹੁੰਦੇ ਨੇ, ਤੁਸੀਂ ਇਹਨਾਂ ਨੂੰ ਮਿੱਟੀ ਵਿੱਚ ਕਿਉਂ ਦੱਬ ਰਹੇ ਹੋ? ਤਾਂ ਪਿਤਾ ਜੀ ਨੇ ਸਮਝਾਇਆ, ਛੋਲੇ ਭੋਜਨ ਵਜੋਂ ਖਾਧੇ ਵੀ ਜਾ ਸਕਦੇ ਨੇ ਅਤੇ ਨਵੀਂ ਫਸਲ ਲਈ ਬੀਜ ਵਜੋਂ ਬੀਜੇ ਵੀ ਜਾ ਸਕਦੇ ਹਨ। ਬੱਚਿਓ, ਕੀ ਹੋਰ ਵੀ ਅਜਿਹੇ ਬੀਜ ਹਨ ਜੋ ਅਸੀਂ ਖਾ ਸਕਦੇ ਹਾਂ? ਹਾਂਜੀ, ਕੁਝ ਬੀਜ ਤਾਂ ਸਾਡੀ ਰਸੋਈ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਹਨ, ਜਿਵੇਂ ਜੀਰਾ। ਇਹ ਸਬਜ਼ੀਆਂ ਨੂੰ ਤੜਕਾ ਲਗਾਉਣ ਲਈ ਵਰਤਿਆ ਜਾਂਦਾ ਹੈ। ਧਨੀਆ, ਇਹ ਖਾਣੇ ਵਿੱਚ ਮਹਿਕ ਅਤੇ ਸਵਾਦ ਲਈ ਵਰਤਿਆ ਜਾਂਦਾ ਹੈ। ਇਹ ਜਿਗਰ ਲਈ ਚੰਗਾ ਹੁੰਦਾ ਹੈ।
ਵੱਡੀ ਇਲਾਇਚੀ, ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਕਈ ਸਾਰੇ ਖਣਿਜ ਪਦਾਰਥ ਹੁੰਦੇ ਹਨ। ਮੇਥੀ, ਬੱਚਿਓ ਇਹ ਬਹੁਤ ਗੁਣਕਾਰੀ ਹੁੰਦੀ ਹੈ ਅਤੇ ਪਾਚਨ ਸ਼ਕਤੀ ਵਧਾਉਂਦੀ ਹੈ। ਕਾਲੀ ਮਿਰਚ, ਇਸ ਨੂੰ ਮਸਾਲਿਆਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਖਾਂਸੀ, ਗਲੇ ਵਿੱਚ ਦਰਦ ਅਤੇ ਜ਼ੁਕਾਮ ਲਈ ਫਾਇਦੇਮੰਦ ਹੁੰਦੀ ਹੈ। ਲੌਂਗ, ਇਸ ਵਿੱਚ ਕਈ ਸਾਰੇ ਖਣਿਜ ਪਦਾਰਥ ਹੁੰਦੇ ਹਨ ਜੋ ਸਾਡੀ ਸਿਹਤ ਲਈ ਜ਼ਰੂਰੀ ਹਨ। ਬੱਚਿਓ ਇਹ ਸਾਰੇ ਹੀ ਮਸਾਲੇ ਖਾਣੇ ਨੂੰ ਵਧੀਆ ਸਵਾਦ ਦੇਣ ਲਈ ਵਰਤੇ ਜਾਂਦੇ ਹਨ। ਆਓ ਹੁਣ ਅਸੀਂ ਗੱਲ ਕਰਦੇ ਹਾਂ ਕੁਝ ਬੀਜਾਂ ਦੀ ਜਿਨ੍ਹਾਂ ਤੋਂ ਆਟਾ ਤਿਆਰ ਕੀਤਾ ਜਾਂਦਾ ਹੈ। ਜਿਵੇਂ ਕਣਕ ਦਾ ਆਟਾ, ਇਸ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਇਸ ਦੀ ਰੋਟੀ ਬੜੀ ਸਵਾਦ ਹੁੰਦੀ ਹੈ। ਮੱਕੀ ਦਾ ਆਟਾ, ਇਸ ਦੀ ਰੋਟੀ ਲੋਕ ਸਰਦੀਆਂ ਵਿੱਚ ਖਾਣਾ ਪਸੰਦ ਕਰਦੇ ਹਨ। ਛੋਲਿਆਂ ਦਾ ਆਟਾ, ਇਸ ਨੂੰ ਆਮ ਕਰਕੇ ਬੇਸਨ ਕਿਹਾ ਜਾਂਦਾ ਹੈ। ਬੱਚਿਓ ਕੁਝ ਲੋਕ ਬਾਜਰੇ ਦੀ ਰੋਟੀ ਖਾਣਾ ਵੀ ਪਸੰਦ ਕਰਦੇ ਹਨ। ਹੁਣ ਅਸੀਂ ਗੱਲ ਕਰਾਂਗੇ ਕੁਝ ਬੀਜਾਂ ਦੀ ਜਿਨ੍ਹਾਂ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ। ਜਿਵੇਂ ਸਰੋਂ ਦੇ ਬੀਜਾਂ ਤੋਂ ਸਰੋਂ ਦਾ ਤੇਲ ਤਿਆਰ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਖਾਣਾ ਬਣਾਉਣ ਅਤੇ ਅਚਾਰ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਦਿਲ ਅਤੇ ਚਮੜੀ ਲਈ ਬਹੁਤ ਵਧੀਆ ਹੈ। ਤਿਲਾਂ ਦਾ ਤੇਲ, ਇਹ ਵਾਲਾਂ ਅਤੇ ਚਮੜੀ ਲਈ ਚੰਗਾ ਹੁੰਦਾ ਹੈ। ਸੂਰਜਮੁਖੀ ਦਾ ਤੇਲ, ਇਹ ਵੀ ਖਾਣਾ ਬਣਾਉਣ ਲਈ ਵਧੀਆ ਤੇਲ ਹੈ ਅਤੇ ਇਸ ਵਿੱਚ ਵਿਟਾਮਿਨ ਈ ਹੁੰਦਾ ਹੈ। ਅਲਸੀ ਦਾ ਤੇਲ, ਬੱਚਿਓ ਇਹ ਤੇਲ ਵੀ ਕਈ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਮੂੰਗਫਲੀ ਦਾ ਤੇਲ, ਇਸ ਦੀ ਵਰਤੋਂ ਖਾਣਾ ਬਣਾਉਣ ਲਈ ਬਹੁਤ ਘੱਟ ਹੁੰਦੀ ਹੈ। ਬੱਚਿਓ ਹੁਣ ਤੁਸੀਂ ਕਈ ਸਾਰੇ ਬੀਜਾਂ ਬਾਰੇ ਜਾਣ ਲਿਆ ਹੈ, ਸੋ ਅੰਤ ਵਿੱਚ ਆਪਣਾ ਘਰ ਦਾ ਕੰਮ ਨੋਟ ਕਰੋ। ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਹੇਠਾਂ ਦਿੱਤੀ ਸੂਚੀ ਨੂੰ ਤੁਸੀਂ ਪੂਰਾ ਕਰਨਾ ਹੈ। ਮਸਾਲੇ ਵਜੋਂ ਵਰਤੇ ਜਾਣ ਵਾਲੇ ਬੀਜ, ਆਟਾ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਬੀਜ, ਤੇਲ ਕੱਢਣ ਲਈ ਵਰਤੇ ਜਾਣ ਵਾਲੇ ਬੀਜ। ਇਹਨਾਂ ਦੀ ਇੱਕ ਇੱਕ ਉਦਾਹਰਨ ਇੱਥੇ ਦਿੱਤੀ ਗਈ ਹੈ ਅਤੇ ਬਾਕੀ ਲਿਖ ਕੇ ਤੁਸੀਂ ਇਸ ਸੂਚੀ ਨੂੰ ਪੂਰਾ ਕਰਨਾ ਹੈ। ਪੰਜਵੀਂ ਜਮਾਤ ਦੇ ਪਿਆਰੇ ਪਿਆਰੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ। ਪਿਆਰੇ ਬੱਚਿਓ, ਹੁਣ ਤੱਕ ਤੁਸੀਂ ਸਮਝਿਆ ਕਿ ਜ਼ਿੰਮੇਵਾਰੀ ਕੀ ਹੁੰਦੀ ਹੈ। ਸਾਡਾ ਆਪਣੇ ਮਾਤਾ ਪਿਤਾ ਪ੍ਰਤੀ, ਘਰੇਲੂ ਕੰਮਾਂ ਪ੍ਰਤੀ ਜ਼ਿੰਮੇਵਾਰ ਹੋਣ ਦੇ ਨਾਲ ਨਾਲ ਆਪਣੇ ਆਪ ਪ੍ਰਤੀ ਜ਼ਿੰਮੇਵਾਰ ਹੋਣਾ ਵੀ ਬੜਾ ਹੀ ਲਾਜ਼ਮੀ ਹੈ। ਆਓ ਪਾਠ ਵਿੱਚੋਂ ਇੱਕ ਗਤੀਵਿਧੀ ਕਰਦੇ ਹਾਂ। ਪਿਆਰੇ ਬੱਚਿਓ, ਅੱਜ ਦੀ ਗਤੀਵਿਧੀ ਦਾ ਨਾਮ ਹੈ ਕੀ ਠੀਕ, ਕੀ ਗਲਤ ਅਤੇ ਕਿਉਂ। ਤੁਹਾਡੇ ਨਾਲ ਇੱਕ ਵਾਕ ਸਾਂਝਾ ਕੀਤਾ ਜਾਵੇਗਾ। ਤੁਸੀਂ ਦੱਸਣਾ ਹੈ ਕਿ ਉਹ ਵਾਕ ਠੀਕ ਹੈ ਜਾਂ ਗਲਤ ਹੈ ਅਤੇ ਅਜਿਹਾ ਕਿਉਂ ਹੈ। ਸੋ ਆਓ ਫਿਰ ਸ਼ੁਰੂ ਕਰਦੇ ਹਾਂ। ਪਹਿਲਾ ਵਾਕ ਹੈ ਸਫਾਈ ਠੀਕ ਹੁੰਦੀ ਹੈ। ਹਾਂਜੀ ਬੱਚਿਓ, ਦੱਸੋ ਤਾਂ ਭਲਾ ਇਹ ਠੀਕ ਹੈ ਜਾਂ ਗਲਤ। ठीक ठीक क्यों है? क्योंकि सफाई रखना चंगी आदत है। बिल्कुल, शाबाश। ते बच्चों ये साडी जिम्मेवारी भी है। दूसरा वाक है नहाउणा नहीं चाहिदा। दसो ता बच्चों ये ठीक है या गलत। गलत क्यों? क्योंकि जेकर ਅਸੀਂ ਨਹੀਂ ਨਹਾਵਾਂਗੇ ਤਾਂ ਸਾਨੂੰ ਕੀਟਾਣੂ ਘੇਰ ਲੈਣਗੇ ਅਤੇ ਅਸੀਂ ਬਿਮਾਰ ਹੋ ਜਾਵਾਂਗੇ। ਬਿਲਕੁਲ, ਇਸ ਕਰਕੇ ਸਾਨੂੰ ਰੋਜ਼ ਨਹਾਉਣਾ ਚਾਹੀਦਾ ਹੈ। ਸ਼ਾਬਾਸ਼। ਤੀਸਰਾ ਵਾਕ ਨੋਹਾਂ ਨੂੰ ਸਮੇਂ ਸਿਰ ਕੱਟਣਾ ਚਾਹੀਦਾ ਹੈ। ਇਹ ਠੀਕ ਹੈ ਜਾਂ ਗਲਤ। ਠੀਕ। ਕਿਉਂ ਠੀਕ ਹੈ ਜੀ? ਕਿਉਂਕਿ ਜੇ ਅਸੀਂ ਸਮੇਂ ਸਿਰ ਨਾ ਕੱਟਾਂਗੇ ਤਾਂ ਸਾਡੇ ਸਰੀਰ ਦੇ ਅੰਦਰ ਗੰਦਗੀ ਨਹੀਂ ਜਾ ਸਕੇਗੀ। ਬਿਲਕੁਲ ਬੱਚਿਓ, ਕਿਉਂਕਿ ਵਧੇ ਹੋਏ ਨਹੁੰ ਤਾਂ ਬਿਮਾਰੀ ਦਾ ਘਰ ਹੁੰਦੇ ਹਨ, ਇਸ ਲਈ ਇਹਨਾਂ ਨੂੰ ਸਮੇਂ ਸਿਰ ਕੱਟੋ। ਚੌਥਾ ਵਾਕ ਹੈ ਵਾਲ ਮਹੀਨੇ ਵਿੱਚ ਇੱਕ ਵਾਰ ਧੋਵੋ। ਬੱਚਿਓ ਇਹ ਠੀਕ ਹੈ ਜਾਂ ਗਲਤ। ਗਲਤ। ਕਿਉਂ ਗਲਤ ਹੈ? ਕਿਉਂਕਿ ਇਸ ਤਰ੍ਹਾਂ ਤਾਂ ਸਾਡੇ ਵਾਲ ਖਰਾਬ ਹੋ ਜਾਣਗੇ। ਮੈਡਮ ਜੀ ਅਸੀਂ ਤਾਂ ਹਰ ਐਤਵਾਰ ਸਿਰ ਨਹਾਉਂਦੇ ਹਾਂ। ਸ਼ਾਬਾਸ਼ ਬੱਚਿਓ, ਤੁਸੀਂ ਤਾਂ ਬਹੁਤ ਸਿਆਣੇ ਬੱਚੇ ਹੋ। ਬਿਲਕੁਲ ਸਹੀ ਜਵਾਬ। ਸਾਡਾ ਅਗਲਾ ਵਾਕ ਹੈ ਪੀਲੇ ਦੰਦ ਸੁੰਦਰ ਲੱਗਦੇ ਹਨ। ਦੱਸੋ ਤਾਂ ਜਰਾ ਇਹ ਠੀਕ ਹੈ ਕਿ ਗਲਤ। ਗਲਤ ਹੈ। ਕਿਉਂ ਬੱਚਿਓ? ਪੀਲੇ ਦੰਦ ਤਾਂ ਬਹੁਤ ਗੰਦੇ ਲੱਗਦੇ ਹਨ ਮੈਡਮ ਜੀ, ਅਤੇ ਜਿਹੜੇ ਬੰਦੇ ਦੇ ਪੀਲੇ ਦੰਦ ਹੁੰਦੇ ਹਨ ਉਹਦੇ ਮੂੰਹ ਤੇ ਬਦਬੂ ਵੀ ਬਹੁਤ ਆਉਂਦੀ ਹੈ। ਬਿਲਕੁਲ ਠੀਕ, ਸ਼ਾਬਾਸ਼। ਇਸ ਲਈ ਸਾਨੂੰ ਆਪਣੇ ਦੰਦਾਂ ਨੂੰ ਦਿਨ 'ਚ 2 ਵਾਰ ਬੁਰਸ਼ ਕਰਨਾ ਚਾਹੀਦਾ ਹੈ। ਪਿਆਰੇ ਬੱਚਿਓ, ਹੁਣ ਤੁਹਾਡਾ ਘਰ ਦਾ ਕੰਮ ਇਹ ਹੈ ਕਿ ਤੁਸੀਂ ਪੰਨਾ ਨੰਬਰ 27 ਦੀ ਇਸ ਗਤੀਵਿਧੀ ਨੂੰ ਆਪਣੀਆਂ ਕਾਪੀਆਂ ਤੇ ਉਤਾਰੋ। ਆਪਾਂ ਫੇਰ ਮਿਲਾਂਗੇ। ਧੰਨਵਾਦ ਜੀ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਕਾਫੀ ਦਿਨਾਂ ਤੋਂ ਪੰਜਾਬੀ ਦੀ ਸੁੰਦਰ ਲਿਖਾਈ ਦੇ ਬਾਰੇ ਗੱਲਬਾਤ ਕਰਦੇ ਪਏ ਹਾਂ
ਔਰ ਜਿਹੜੇ ਹੈਗੇ ਆ 35 ਦੇ 35 ਅੱਖਰਾਂ ਦੀ ਬਣਤਰ ਆਪਾਂ ਸਿੱਖ ਚੁੱਕੇ ਹਾਂ। ਅੱਜ ਖੁੱਲੇ ਮੂੰਹ ਵਾਲੇ ਊੜੇ ਦੇ ਬਾਰੇ ਬੇਟਾ ਆਪਾਂ ਗੱਲ ਕਰਾਂਗੇ। ਤਾਂ ਖੁੱਲੇ 9ਵੇਂ ਸੈੱਟ ਦਾ 6ਵਾਂ ਅੱਖਰ ਖੁੱਲੇ ਮੂੰਹ ਵਾਲਾ ਊੜਾ, ਉਹ ਧਿਆਨ ਦੇ ਨਾਲ ਬੇਟਾ ਦੇਖ ਲਓ ਤੁਸੀਂ। ਖੁੱਲੇ ਮੂੰਹ ਵਾਲੇ ਊੜੇ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਉਣੀ ਹੈ। ਸਭ ਤੋਂ ਪਹਿਲਾਂ ਬੇਟਾ ਉੱਪਰਲੇ ਪਾਸੇ ਅਸੀਂ ਉੱਪਰਲੀ ਰੇਖਾ ਦੇ ਉੱਤੇ ਇੱਕ ਰੇਖਾ ਖਿੱਚ ਲੈਣੀ, ਅੰਦਾਜ਼ੇ ਨਾਲ ਜਿੰਨੀ ਅਸੀਂ ਉਹਦੀ ਚੌੜਾਈ ਲੈਣੀ ਹੈ। ਉਹਦੇ ਤੋਂ ਬਾਅਦ ਦੇ ਵਿੱਚ ਇਧਰਲੇ ਪਾਸੇ ਥੋੜੀ ਜਿਹੀ ਜਗ੍ਹਾ ਛੱਡਦੇ ਹੋਏ, ਹੁਲਾਰੇ ਦੀ ਜਗ੍ਹਾ ਛੱਡਦੇ ਹੋਏ ਇੱਥੋਂ ਗੋਲਾਈ ਦਿੰਦੇ ਹੋਏ ਇੱਥੇ ਬੇਟਾ ਲਗਭਗ ਅੱਧ ਤੱਕ ਆ ਜਾਣਾ, 50% ਤੱਕ। ਆਹ ਪੁਆਇੰਟ ਥੋੜਾ ਜਿਹਾ ਉਰਾਂ ਰੱਖ ਲੈਣਾ। ਉਦੋਂ ਬਾਅਦ ਦੇ ਵਿੱਚ ਇੱਥੋਂ ਫੇਰ ਗੋਲਾਈ ਦਿੰਦੇ ਹੋਏ ਥੱਲੇ, ਔਰ ਇੱਥੋਂ ਗੋਲਾਈ ਦਿੰਦੇ ਹੋਏ ਬੇਟਾ ਅਸੀਂ ਉੱਪਰ, ਇੱਥੋਂ ਬੇਟਾ ਅਸੀਂ ਚੇਂਜ ਆਹ ਪੁਆਇੰਟ ਆ ਜਿਹੜਾ ਅਸੀਂ ਉੱਪਰਲੀ ਇਸ ਰੇਖਾ ਦੀ ਸੇਧ ਦੇ ਵਿੱਚ ਲਿਆ ਕੇ, ਇਹਦੀ ਸੇਧ ਦੇ ਵਿੱਚ ਲਿਆ ਕੇ ਛੱਡ ਦੇਣਾ ਆ। ਇਹ ਬਣ ਗਿਆ ਖੁੱਲੇ ਮੂੰਹ ਵਾਲਾ ਊੜਾ। ਆਹ ਪੁਆਇੰਟ ਤੇ ਆਹ ਪੁਆਇੰਟ ਲਗਭਗ ਇੱਕੋ ਸੇਧ ਦੇ ਵਿੱਚ ਹੋਣਗੇ। ਖੁੱਲੇ ਮੂੰਹ ਵਾਲਾ ਊੜਾ। ਫੇਰ ਸੁਣ ਲਓ ਬੇਟਾ ਇਹ ਅਸੀਂ ਕਿਸ ਤਰ੍ਹਾਂ ਬਣਾਉਣਾ ਆ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਆਹ ਸਟੈਪ ਲਿਆ ਅਸੀਂ, ਉਹਦੇ ਤੋਂ ਬਾਅਦ ਦੇ ਵਿੱਚ ਇੱਥੇ ਆਏ ਇਸ ਪੁਆਇੰਟ ਤੇ, ਇੱਥੋਂ ਫੇਰ ਗੋਲਾਈ ਦਿੰਦੇ ਹੋਏ ਇੱਥੋਂ ਇੱਥੇ ਜਾ ਕੇ ਇੱਥੇ ਆ ਕੇ ਅਸੀਂ ਛੱਡ ਦੇਣਾ ਇਹਦੀ ਸੇਧ ਦੇ ਵਿੱਚ। ਇਹ ਬਣ ਗਿਆ ਖੁੱਲੇ ਮੂੰਹ ਵਾਲਾ ਊੜਾ। ਇਹਦਾ ਵੀ ਬੇਟਾ ਦੇਖੋ ਹੇਠਲੇ ਪਾਸੇ ਚੌੜਾਈ ਘੱਟ ਤੇ ਉੱਪਰਲੇ ਪਾਸੇ ਚੌੜਾਈ ਵੱਧ ਹੁੰਦੀ ਹੈ। ਇਹਦੇ ਉੱਤੇ ਵੀ ਬੇਟਾ ਤੁਹਾਨੂੰ ਅਭਿਆਸ ਕਰਨਾ ਪਊਗਾ। ਥੋੜੀ ਜਿਹੀ ਟੈਕਨੀਕਲ ਹੈਗੀ ਹੈ ਇਹਦੀ ਬਣਤਰ, ਪਰ ਜਿਵੇਂ ਜਿਵੇਂ ਤੁਸੀਂ ਅਭਿਆਸ ਕਰੋਗੇ ਤੁਹਾਡਾ ਹੱਥ ਆ ਜਿਹੜਾ ਇਹਦੇ ਉੱਤੇ ਵੀ ਜਿਹੜਾ ਠੀਕ ਚੱਲਣ ਲੱਗ ਪਊਗਾ। ਇਹ ਸੀਗਾ ਤੁਹਾਡਾ ਆਖਰੀ ਅੱਖਰ ਸੀਗਾ। ਹੁਣ ਬੇਟਾ ਕੱਲ ਆਪਾਂ ਲਗਾ ਮਾਤਰਾ ਕਿਵੇਂ ਪਾਉਣੀਆਂ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ। ਅੱਜ ਤੁਸੀਂ ਇਹ ਖੁੱਲੇ ਮੂੰਹ ਵਾਲੇ ਊੜੇ ਦਾ ਆਪਣੀਆਂ ਵਰਕਸ਼ੀਟਾਂ ਦੇ ਉੱਤੇ ਜਾਂ ਕਾਪੀ ਦੇ ਉੱਤੇ ਅਭਿਆਸ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।